ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸਲੋਕ ਆਪ ਜੀਆਂ ਨੇ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤੇ ਹਨ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਆਪਣੇ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਜੋ ਸਾਨੂੰ ਮਨੁੱਖੀ ਜੀਵਾਂ ਨੂੰ, ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਫਰੀਦਾ ਜਿਨ ਲੋਇਣ ਜਗ ਮੋਹਿਆ। ਸੇ ਲੋਇਣ ਮੈਂ ਡਿਠ। ਕੱਜਲ ਰੇਖ ਨਾ ਸਹਿੰਦੇ ਆਮ। ਸੇ ਪੰਖੀ ਸੋਏ ਬਹਿਠ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ, ਜੁੜਦੇ ਆ ਰਹੇ ਹੋ। ਅੱਜ ਦੇ ਜੋ ਪਾਵਨ ਸਲੋਕ ਆਪ ਜੀਆਂ ਨੇ ਸਰਵਨ ਕੀਤੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1378 ਦੇ ਉੱਪਰ ਸਬਾਏਮਾਨ ਹਨ। ਬਾਬਾ ਫਰੀਦ ਸਾਹਿਬ ਜੀ ਅੰਮ੍ਰਿਤਮਈ ਬਚਨਾਂ ਦੇ ਰਾਹੀਂ, ਇਸ ਪਵਿੱਤਰ ਬਾਣੀ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਪਰ ਜਿਹੜੀ ਗੱਲ ਉਹਨਾਂ ਨੂੰ ਆਪ ਸਮਝ ਵਿੱਚ ਆ ਗਈ, ਹੁਣ ਉਹ ਦੁਨੀਆ ਨੂੰ ਸਮਝਾਉਣਾ ਚਾਹੁੰਦੇ ਨੇ। ਜਿੰਨੇ ਵੀ ਭਗਤ ਨੇ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਉਹਨਾਂ ਨੇ ਜੋ ਆਪ ਕਮਾਈ ਕੀਤੀ ਉਹ ਸੰਸਾਰ ਨੂੰ ਦੱਸਿਆ, ਜੋ ਉਹਨਾਂ ਨੇ ਪ੍ਰਾਪਤੀ ਕੀਤੀ ਉਹ ਦੁਨੀਆ ਨੂੰ ਦੱਸਿਆ, ਔਰ ਸੰਸਾਰ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਤੁਸੀਂ ਜਿਹੜੇ ਕਰਮ ਕਰਦੇ ਹੋ ਉਹ ਕਰਮ ਛੱਡ ਦਿਓ, ਕਿਉਂਕਿ ਉਹ ਤੁਹਾਡੇ ਵਾਸਤੇ ਚੰਗੇ ਨਹੀਂ। ਜਿਹੜੇ ਰਾਹ ਤੁਸੀਂ ਤੁਰੇ ਹੋਏ ਹੋ ਇਹ ਰਾਹ ਛੱਡ ਦਿਓ, ਕਿਉਂਕਿ ਇਹਦੀ ਕੋਈ ਮੰਜ਼ਲ ਨਹੀਂ। ਜਿਹੜੀ ਮੱਤ ਲੈ ਕੇ ਤੁਸੀਂ ਚੱਲ ਰਹੇ ਹੋ, ਇਸ ਮੱਤ ਦੇ ਨਾਲ ਉਸ ਰੱਬ ਨੂੰ, ਪਰਮੇਸ਼ਵਰ ਨੂੰ ਪਾਇਆ ਨਹੀਂ ਜਾ ਸਕਦਾ। ਆਪਣੀ ਅਕਲ, ਆਪਣੀ ਮੱਤ ਨੂੰ ਅਸੀਂ ਛੱਡ ਕੇ ਪੂਰਾ ਗਿਆਨ ਦੇਣ ਵਾਲਾ ਜੋ ਸਤਿਗੁਰੂ ਹੈ, ਉਸ ਸਤਿਗੁਰੂ ਕੋਲੋਂ ਅਸੀਂ ਮੱਤ ਹਾਸਲ ਕਰੀਏ। ਹੁਣ ਤੱਕ ਦੀ ਵਿਚਾਰ ਵਿੱਚ ਆਪਾਂ ਕੀ ਸਮਝਿਆ? ਬਾਬਾ ਫਰੀਦ ਸਾਹਿਬ ਜੀ ਨੇ ਹੁਣ ਤੱਕ ਸਾਨੂੰ ਇਹ ਸਮਝਾਇਆ ਕਿ ਜ਼ਿੰਦਗੀ ਦੇ 4 ਪਲ ਨੇ, 4 ਦਿਨ ਨੇ, ਚੰਦ ਕੁ ਸਵਾਸ ਨੇ ਜੀਵਨ ਦੇ। ਇਹਨੂੰ ਆਪਾਂ ਸੰਭਾਲ ਕੇ ਆਪਣੇ ਜੀਵਨ ਦੇ ਅੰਦਰ ਉਹ ਕਮਾਈ ਕਰੀਏ ਜਿਹੜੀ ਸਾਡੇ ਕੰਮ ਆ ਜਾਏ, ਜਿਹਦੇ ਨਾਲ ਸਾਡੀ ਜ਼ਿੰਦਗੀ ਦਾ ਲੇਖਾ ਜੋਖਾ ਮੁੱਕ ਜਾਏ।
ਫਿਰ ਬਾਬਾ ਫਰੀਦ ਸਾਹਿਬ ਜੀ ਨੇ ਸਮਝਾਇਆ, ਕਹਿਣ ਲੱਗੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਵਾਨ, ਮੈਂ ਸਿਰ ਨੀਵਾਂ ਕਰ ਦੇਖ। ਵੀ ਜੇ ਤੂੰ ਬਹੁਤਾ ਹੀ ਅਕਲ ਵਾਲਾ ਹੈ, ਮਤ ਵਾਲਾ ਹੈ, ਤਾਂ ਫਿਰ ਆਪਣੇ ਹੀ ਅੰਦਰ ਝਾਤ ਮਾਰ ਕੇ ਵੇਖ। ਫਿਰ ਬਾਬਾ ਫਰੀਦ ਸਾਹਿਬ ਜੀ ਨੇ ਸਮਝਾਇਆ, ਕਹਿਣ ਲੱਗੇ, ਧਿਆਨ ਰੱਖੀ, ਇਹ ਜੀਵਨ ਜਿਹੜਾ ਹੈ ਇਹ 4 ਕੁ ਪਲਾਂ ਦਾ ਹੈ, ਇਹਦਾ ਪਤਾ ਕੋਈ ਨਹੀਂ। ਬਹੁਤਾ ਸਮਾਂ ਤੇਰੇ ਜੀਵਨ ਦਾ ਗੁਜ਼ਰ ਗਿਆ, ਲੰਘ ਗਿਆ, ਤੇ ਥੋੜਾ ਬਾਕੀ ਰਹਿ ਗਿਆ ਹੈ। ਫਿਰ ਬਾਬਾ ਫਰੀਦ ਸਾਹਿਬ ਜੀ ਨੇ ਸਮਝਾਇਆ ਕਿ ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਜਿਹੜਾ ਪਿਛਲਾ ਤੇਰੀ ਜ਼ਿੰਦਗੀ ਦਾ ਸਮਾਂ ਬਤੀਤ ਹੋ ਗਿਆ, ਉਹ ਬਹੁਤ ਦੂਰ ਰਹਿ ਗਿਆ। ਅੱਗੋਂ ਹੁਣ ਤੇਰਾ ਜਿਹੜਾ ਸਮਾਂ ਹੈ ਉਹ ਬਹੁਤ ਨੇੜੇ ਪਹੁੰਚ ਚੁੱਕਾ ਹੈ, ਕਰੀਬ ਹੈ। ਪਤਾ ਨਹੀਂ ਇਸ ਜੀਵਨ ਦਾ ਆਖਰੀ ਸਾਹ ਕਦੋਂ ਮੁੱਕ ਜਾਣਾ ਹੈ। ਹੁਣ ਜੋ ਗੱਲ ਬਾਬਾ ਫਰੀਦ ਸਾਹਿਬ ਜੀ ਨੂੰ ਸਮਝ ਆਈ, ਉਹਨਾਂ ਨੇ ਦੁਨੀਆ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਤੁਸੀਂ ਆਪਣੇ ਜੀਵਨ ਦਾ ਸਮਾਂ ਬੇਅਰਥ ਨਾ ਗਵਾਓ, ਔਰ ਆਪਣੇ ਆਪ ਤੇ ਝੂਠਾ ਮਾਣ, ਝੂਠਾ ਹੰਕਾਰ ਕਰਕੇ ਆਪਣੇ ਰਸਤੇ ਤੋਂ ਤੁਸੀਂ ਖੁੰਝ ਨਾ ਜਾਓ। ਉਹ ਰਾਹ ਨਾ ਪਾਓ ਜਿਹਦੀ ਕੋਈ ਮੰਜ਼ਿਲ ਹੀ ਨਹੀਂ। ਆਪਣੇ ਜੀਵਨ ਦੇ ਅੰਦਰ ਫੋਕਾ ਮਾਣ, ਫੋਕਾ ਹੰਕਾਰ ਕਰਨਾ, ਕਹਿਣ ਲੱਗੇ, ਬਹੁਤ ਮਾੜਾ ਹੈ। ਕਿਉਂਕਿ ਮੈਂ ਦੇਖੇ ਨੇ ਜਿਹੜੇ ਇਹਨਾਂ ਅੱਖਾਂ ਦੇ ਰਾਹੀਂ ਜੱਗ ਨੂੰ ਮੋਹ ਲੈਣ ਵਾਲੇ ਸਨ, ਜਿਹੜੇ ਇਹਨਾਂ ਅੱਖਾਂ ਨੇ ਸੰਸਾਰ ਨੂੰ, ਸੰਸਾਰ ਦੇ ਰੰਗਾਂ ਨੂੰ ਮੋਹ ਲਿਆ, ਜਾਂ ਜਿਹੜੇ ਕਹਿੰਦੇ ਸੀ ਕਿ ਤੇਰੇ ਨੇਤਰ, ਤੇਰੀਆਂ ਅੱਖਾਂ ਬੜੀਆਂ ਸੁੰਦਰ ਨੇ, ਉਹਦਾ ਕਿਤੇ ਨਾ ਕਿਤੇ ਅੰਦਰ ਮਾਣ, ਹੰਕਾਰ ਅੰਦਰ ਬੈਠਾ ਸੀ। ਪਰ ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਉਹਨਾਂ ਹੀ ਅੱਖਾਂ ਨੂੰ ਵੇਖਿਆ ਹੈ ਕਿ ਜਿਨ੍ਹਾਂ ਦੇ ਵਿੱਚ ਸੁਰਮਾ ਪਾਉਂਦਿਆਂ, ਕੱਜਲ ਪਾਉਂਦਿਆਂ ਕਿਤੇ ਜਿਹੜਾ ਪਾਉਣ ਵਾਲਾ ਸੀ, ਜੇ ਕਿਤੇ ਉਹਦੇ ਕੋਲੋਂ ਪਾਉਂਦਿਆਂ ਕੋਈ ਅੱਖ ਦੇ ਵਿੱਚ ਚੁੱਭ ਗਿਆ ਤਾਂ ਪਾਉਣ ਵਾਲੇ ਨੂੰ ਬੜੀ ਸਜ਼ਾ ਦਿੱਤੀ ਜਾਂਦੀ ਸੀ ਕਿ ਤੂੰ ਮੇਰੀਆਂ ਅੱਖਾਂ ਵਿੱਚ ਕੱਜਲ ਧਿਆਨ ਨਾਲ ਕਿਉਂ ਨਹੀਂ ਪਾਇਆ, ਸੁਰਮਾ ਜਿਹੜਾ ਉਹ ਮੇਰੀਆਂ ਅੱਖਾਂ ਦੇ ਵਿੱਚ ਕਿਉਂ ਨਹੀਂ ਧਿਆਨ ਨਾਲ ਪਾਇਆ। ਹੋਰ ਇਹ ਕਿੰਨੀਆਂ ਨਾਜ਼ੁਕ ਨੇ ਸਾਡੀਆਂ ਅੱਖਾਂ। ਦੇਖੋ, ਮਾੜਾ ਜਾਂ ਨਿੱਕਾ ਜਿਹਾ ਵੀ ਇੱਕ ਕਣ ਵੀ ਅੱਖ ਵਿੱਚ ਚਲਾ ਜਾਏ ਤੇ ਕਿੰਨਾ ਦੁੱਖ ਹੁੰਦਾ ਹੈ, ਤੇ ਕਿੰਨਾ ਉਹ ਅੱਖਾਂ ਦੇ ਵਿੱਚ ਰੜਕਦਾ ਰਹਿੰਦਾ ਹੈ। ਪਰ ਕਹਿੰਦੇ, ਇਹੀ ਮੈਂ ਅੱਖਾਂ ਜਿਹੜੀਆਂ ਨੇ ਇਹ ਵੇਖੀਆਂ ਨੇ, ਜਿਨ੍ਹਾਂ ਦੇ ਵਿੱਚ ਪੰਛੀ ਦੇ ਜਿਹੜੇ ਨੇ ਉਹ ਮੈਨੂੰ ਬੱਚੇ ਬੈਠੇ ਨਜ਼ਰ ਆਉਂਦੇ ਨੇ। ਇੱਕ ਹਵਾਲਾ ਦੇ ਕੇ ਸਮਝਾ ਰਹੇ ਨੇ ਕਿ ਤੇਰਾ ਅੰਤ ਅਖੀਰ ਇਦਾਂ ਦਾ ਹੋਣਾ ਹੈ। ਤੂੰ ਕਿਹੜੇ ਮਾਣ, ਕਿਹੜੇ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਹੈ। ਤੈਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਹੇ ਬੰਦਿਆ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਪਰ ਤੂੰ ਸਮਝਿਆ ਨਹੀਂ। ਤੂੰ ਆਖਿਆ ਵੀ ਐਵੇਂ ਹੀ ਇਹ ਬੋਲਦੇ ਨੇ, ਮੈਂ ਤਾਂ ਹਜੇ ਜ਼ਿੰਦਗੀ ਦੇ ਵਿੱਚ ਬਹੁਤ ਜੀਣਾ ਹੈ, ਤੇ ਮੈਨੂੰ ਮੇਰਾ ਤੇ ਕੋਈ ਵਾਲ ਵੀ ਜਿਹੜਾ ਉਹ ਵਿੰਗਾ ਨਹੀਂ ਕਰ ਸਕਦਾ। ਇੰਨਾ ਮਾਣ, ਇੰਨਾ ਹੰਕਾਰ ਜਿਹੜਾ ਸੀ ਇਸ ਮਨੁੱਖ ਦੇ ਅੰਦਰ ਭਰਿਆ ਹੋਇਆ। ਫਿਰ ਬਾਬਾ ਫਰੀਦ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ। ਅੱਜ ਦਾ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤਾ, ਫਰੀਦਾ ਜਿਨ ਲੋਇਨ ਜਗ ਮੋਹਿਆ। ਲੋਇਨ ਲੋ, ਜਿਨ੍ਹਾਂ ਅੱਖਾਂ ਵਿੱਚ ਲੋ ਹੈ, ਰੋਸ਼ਨੀ ਹੈ। ਕਹਿੰਦੇ ਇਹਨਾਂ ਅੱਖਾਂ ਦੇ ਰਾਹੀਂ ਜਗ ਮੋਹਿਆ, ਜਗ ਨੂੰ ਮੋਹ ਲਿਆ। ਇਹੀ ਅੱਖਾਂ ਮੈਂ ਵੇਖੀਆਂ ਨੇ, ਸੇ ਲੋਇਣ ਮੈਂ ਡਿੱਠ। ਡਿੱਠ ਦਾ ਅਰਥ ਹੁੰਦਾ ਦੇਖਣਾ। ਕਹਿੰਦੇ ਜੇ ਹਜੇ ਵੀ ਤੁਸੀਂ ਆਪਣੇ ਅੰਦਰ ਦਾ ਮਾਣ, ਹੰਕਾਰ ਨਹੀਂ ਤਿਆਗੋਗੇ ਤਾਂ ਮੈਂ ਇਹਨਾਂ ਅੱਖਾਂ ਨੂੰ ਵੇਖਿਆ ਹੈ। ਮੈਂ ਆਪਣੀਆਂ ਅੱਖਾਂ ਦੇ ਰਾਹੀਂ ਇਹ ਦ੍ਰਿਸ਼ ਵੇਖਿਆ ਹੈ, ਜਿਹੜਾ ਦੁਨੀਆ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਕਿਤੇ ਦੁਨੀਆ ਸਮਝ ਜਾਏ
ਇਹ ਫੋਕਾ ਮਾਣ ਹੰਕਾਰ ਇਹਦੇ ਵਿੱਚੋਂ ਦੀ ਨਿਕਲ ਜਾਏ। ਕਹਿਣ ਲੱਗੇ ਮੈਂ ਉਹ ਲੋਇਣ ਵੇਖੇ ਨੇ, ਮੈਂ ਉਹ ਅੱਖਾਂ ਵੇਖੀਆਂ ਨੇ। ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਦੀ ਲੋ ਮੁੱਕ ਗਈ, ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਹਿੰਦੇ ਹੁਣ ਰੋਸ਼ਨੀ ਨਹੀਂ ਰਹੀ, ਭਾਵ ਕਿ ਜਿੰਦ ਜਾਨ ਸਰੀਰ ਵਿੱਚੋਂ ਨਿਕਲ ਗਈ ਤੇ ਕੱਲਾ ਢਾਂਚਾ ਹੀ ਰਹਿ ਗਿਆ ਸਰੀਰ ਦਾ। ਕਹਿੰਦੇ ਉਹ ਅੱਖਾਂ ਮੈਂ ਵੇਖੀਆਂ ਨੇ, ਆਪਣੀਆਂ ਅੱਖਾਂ ਦੇ ਨਾਲ ਕੱਜਲ ਰੇਖ ਨਾ ਸਹਿੰਦਿਆਂ। ਕਹਿੰਦੇ ਜਦੋਂ ਕੱਜਲ ਪਾਈਦਾ ਨਾ ਤੇ ਉਹ ਕੱਜਲ ਦੀ ਜਿਹੜੀ ਧਾਰ ਹੈ ਉਹ ਸਹਿੰਦਿਆਂ, ਉਹਨੂੰ ਕਹਿੰਦੇ ਸੀ ਸਹਿਆ ਨਹੀਂ ਸੀ ਜਾਂਦਾ। ਕੱਜਲ ਜਿਹੜਾ ਅੱਖਾਂ ਦੇ ਵਿੱਚ ਪਾਉਣਾ, ਕਹਿੰਦੇ ਉਹਨੂੰ ਸਹਿੰਦਿਆਂ ਦੇਖਿਆ ਸੀ ਵੀ ਨਾ ਸਹਿੰਦਿਆਂ ਉਹ ਨਹੀਂ ਸੀ ਸਹਾਰ ਹੁੰਦੀਆਂ। ਤੇ ਜੇ ਕਿਤੇ ਕਿਸੇ ਕੋਲੋਂ ਕੋਈ ਕੱਜਲ ਪਾਉਂਦਿਆਂ ਗਲਤੀ ਹੋ ਜਾਏ, ਭੁੱਲ ਹੋ ਜਾਏ, ਤਾਂ ਹੰਕਾਰ ਵਿੱਚ ਮਾਣ ਵਿੱਚ ਆ ਕੇ ਉਹਨੂੰ ਕਰੜੀ ਤੋਂ ਕਰੜੀ ਸਜ਼ਾ ਦੇ ਦੇਣੀ। ਉਹਦੇ ਵਾਸਤੇ ਕਰੜਾ ਹੁਕਮ ਜਾਰੀ ਕਰ ਦੇਣਾ ਵੀ ਇਹਦੇ ਹੱਥਾਂ ਨੂੰ ਜਾਂ ਵੱਢ ਦਿਓ ਜਾਂ ਇਹਦੇ ਹੱਥਾਂ ਨੂੰ ਦੁੱਖ ਤਸੀਹੇ ਦਿਓ, ਇਹਨੇ ਮੇਰੇ ਅੱਖਾਂ ਵਿੱਚ ਕੱਜਲ ਪਾਉਂਦਿਆਂ ਧਿਆਨ ਨਹੀਂ ਦਿੱਤਾ। ਤੇ ਅੱਜ ਕਹਿੰਦੇ ਮੈਂ ਸੇ ਲੋਇਨ ਮੈਂ ਡਿੱਠ, ਮੈਂ ਉਹ ਅੱਖਾਂ ਵੇਖੀਆਂ ਨੇ ਜਿਹੜੇ ਕਦੇ ਕੱਜਲ ਨਹੀਂ ਸੀ ਸਹਿੰਦੀਆਂ। ਸੇ ਪੰਖੀ ਸੂਏ ਬਹੇਠਾ, ਕਹਿੰਦੇ ਉੱਥੇ ਪੰਛੀ ਜਿਹੜੇ ਨੇ ਉਹਨਾਂ ਪੰਛੀਆਂ ਦੇ ਮੈਂ ਬੱਚੇ ਬੈਠੇ ਵੇਖੇ ਨੇ। ਫਿਰ ਕਿੱਥੇ ਗਈ ਅੱਖਾਂ ਦੀ ਸੁੰਦਰਤਾ, ਕਿੱਥੇ ਗਿਆ ਜਿਹੜਾ ਇਸ ਜੱਗ ਨੂੰ ਅੱਖਾਂ ਨਾਲ ਮੋਹਿਆ ਜਾ ਰਿਹਾ ਸੀ, ਜਿਹੜਾ ਇਹਨਾਂ ਸੁੰਦਰ ਅੱਖਾਂ ਦਾ ਮਾਣ ਤੇ ਹੰਕਾਰ ਆਪਣੇ ਅੰਦਰ ਕਰਕੇ ਬੈਠਾ ਸੀ। ਕਹਿੰਦੇ ਉਹ ਕਿੱਥੇ ਗਿਆ ਮਾਣ, ਕਿੱਥੇ ਗਿਆ ਹੰਕਾਰ, ਉਸੇ ਹੀ ਅੱਖਾਂ ਦੇ ਵਿੱਚ ਅੱਜ ਪੰਛੀਆਂ ਦੇ ਬੱਚੇ ਬੈਠੇ ਵੇਖੇ ਨੇ ਮੈਂ। ਇਸ ਲਈ ਕਿਹਾ ਸੀ ਕਿ ਤੇਰੀ ਜ਼ਿੰਦਗੀ ਦੇ 4 ਪਲ ਜਿਹੜੇ ਤੈਨੂੰ ਮਿਲੇ ਨੇ, ਉਹ 4 ਪਲ ਆਪਣੀ ਜ਼ਿੰਦਗੀ ਦੇ ਐਵੇਂ ਮਾਣ ਤੇ ਹੰਕਾਰ ਵਿੱਚ ਨਾ ਬਿਤਾ। ਆਪਣੇ ਮਨ ਨੂੰ ਨੀਵਾਂ ਰੱਖ, ਆਪਣੇ ਮਨ ਦੇ ਵਿੱਚ ਤੂੰ ਨਿਮਰਤਾ ਜਿਹੜੀ ਆ ਉਹ ਲੈ ਕੇ ਆ, ਤਾਂ ਤੇਰਾ ਇਹ ਜੀਵਨ ਲੇਖੇ ਵਿੱਚ ਲੱਗ ਸਕਦਾ ਹੈ। ਤੇ ਜੇ ਸਾਰੀ ਉਮਰ ਤੂੰ ਹੰਕਾਰ ਹੀ ਕਰਦਾ ਰਿਹਾ, ਜਿਸ ਸਰੀਰ ਕਰਕੇ ਤੂੰ ਹੰਕਾਰ ਮਾਣ ਕਰਕੇ ਬੈਠਾ ਹੈ, ਇਹ ਇੱਕ ਦਿਨ ਇਹ ਪਿੰਜਰਾ ਇੱਥੇ ਹੀ ਰਹਿ ਜਾਣਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਕਹਿੰਦੇ ਬਸ ਇੱਕ ਪੰਛੀ ਜਿਵੇਂ ਵਸੇਵਾ ਕਰਦਾ ਨਾ ਆਪਣੇ ਪਿੰਜਰੇ ਵਿੱਚ, ਇਸੇ ਤਰ੍ਹਾਂ ਤੇਰੀ ਵੀ ਹਾਲਤ ਹੈ ਕਿ ਅੰਦਰ ਦਾ ਪੰਛੀ ਜਦੋਂ ਉਡਾਰੀ ਮਾਰ ਗਿਆ ਤੇ ਇਸ ਪਿੰਜਰੇ ਦੀ ਕਿਹਨੇ ਬਾਤ ਪੁੱਛਣੀ ਹੈ। ਇਹਨਾਂ ਹੀ ਅੱਖਾਂ ਦੇ ਵਿੱਚ ਫਿਰ ਪੰਛੀ ਜਿਹੜੇ ਨੇ ਉਹਨਾਂ ਦੇ ਬੱਚੇ ਬੈਠੇ ਹੋਏ ਨਜ਼ਰ ਆਉਣਗੇ। ਕਬੀਰ ਸਾਹਿਬ ਜੀ ਨੇ ਵੀ ਸਾਡੇ ਹੰਕਾਰ ਨੂੰ ਤੋੜਨ ਦਾ ਬੜਾ ਯਤਨ ਕੀਤਾ। ਉਹਨਾਂ ਨੇ ਵੀ ਬੜਾ ਸਮਝਾਇਆ ਕਿ ਤੂੰ ਐਵੇਂ ਆਪਣੇ ਉੱਚੇ ਉੱਚੇ ਮਹਿਲ ਵੇਖ ਕੇ ਹੰਕਾਰ ਨਾ ਕਰ। ਜਿੰਨੀਆਂ ਤੇਰੇ ਮਹਿਲ ਨੂੰ ਵੇਖ ਕੇ ਅੱਖਾਂ ਉੱਚੀਆਂ ਹੁੰਦੀਆਂ ਨੇ ਨਾ, ਜਦੋਂ ਅਸੀਂ 4 5 10 20 ਮੰਜ਼ਲਾਂ ਬਣਾ ਲਈਆਂ ਤੇ ਜਦੋਂ ਸਿਖਰ ਵਾਲੀ ਮੰਜ਼ਲ ਨੂੰ ਵੇਖਣਾ ਹੋਵੇ ਤੇ ਅੱਖਾਂ ਉੱਚੀਆਂ ਹੁੰਦੀਆਂ ਨੇ। ਕਹਿੰਦੇ ਜਿੰਨੀਆਂ ਅੱਖਾਂ ਤੂੰ ਉੱਚੀਆਂ ਕਰਕੇ ਆਪਣੇ ਮਹਿਲ ਵੇਖਦਾ ਪਿਆ ਨਾ, ਚੇਤੇ ਰੱਖੀ ਜਿੰਨਾ ਤੂੰ ਉੱਚਾ ਜਾ ਰਿਹਾ ਉਨਾ ਹੀ ਤੈਨੂੰ ਨੀਵਾਂ ਆਉਣਾ ਪਏਗਾ। ਔਰ ਅਖੀਰ ਤੇਰੀਆਂ ਅੱਖਾਂ ਵੀ ਜਿਹੜੀਆਂ ਨੇ ਉਹ ਬੰਦ ਕਰਨ ਵਾਸਤੇ ਤੇਰੇ ਕੋਲ ਹਿੰਮਤ ਨਹੀਂ ਹੋਏਗੀ, ਉਹ ਵੀ ਕੋਈ ਦੂਜਾ ਆ ਕੇ ਤੇਰੀਆਂ ਅੱਖਾਂ ਦੇ ਇਹ ਪਰਦੇ ਸ਼ਟਰ ਜਿਹੜੇ ਨੇ ਇਹ ਬੰਦ ਕਰੇਗਾ। ਕਿਉਂਕਿ ਤੇਰੇ ਕੋਲ ਤਾਂ ਹੁਣ ਇੰਨੀ ਵੀ ਹਿੰਮਤ ਨਹੀਂ ਰਹੀ ਕਿ ਤੂੰ ਆਪਣੀਆਂ ਅੱਖਾਂ ਵੀ ਬੰਦ ਕਰ ਸਕੇ। ਉਹ ਵੀ ਕੋਈ ਆਏਗਾ ਤੇ ਤੇਰੇ ਆ ਕੇ ਅੱਖਾਂ ਤੇ ਹੱਥ ਰੱਖ ਕੇ ਤੇਰੀਆਂ ਅੱਖਾਂ ਬੰਦ ਕਰੇਗਾ। ਫਿਰ ਤੂੰ ਕਾਹਦਾ ਮਾਣ ਕਾਹਦਾ ਹੰਕਾਰ ਕਰ ਰਿਹਾ ਇਸ ਜੀਵਨ ਦੇ ਅੰਦਰ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉਪਰ ਜਾਮੈ ਘਾਸ। ਬੜਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਇਹਦੇ ਅੰਦਰ ਦੇ ਹੰਕਾਰ ਨੂੰ ਤੋੜਿਆ ਜਾਏ। ਹੰਕਾਰ ਨੇ ਇੱਕ ਬੜਾ ਮਜ਼ਬੂਤ ਕਿਲਾ ਬਣਾ ਲਿਆ ਸਾਡੇ ਅੰਦਰ, ਜਿਹਨੂੰ ਤੋੜਨਾ ਬੜਾ ਔਖਾ ਹੈ।
ਤੇ ਇਸੇ ਲਈ ਕਿਲਾ ਜਦੋਂ ਟੁੱਟ ਜਾਏ ਜਾਂ ਕਿਲੇ ਦਾ ਦਰਵਾਜ਼ਾ ਟੁੱਟ ਜਾਏ ਤੇ ਉਹਦੇ ਅੰਦਰ ਪ੍ਰਵੇਸ਼ ਕਰਨਾ ਸੌਖਾ ਹੁੰਦਾ ਹੈ, ਪਰ ਹੰਕਾਰ ਦਾ ਕਿਲਾ ਇੰਨਾ ਮਜ਼ਬੂਤ ਹੈ, ਇਹ ਟੁੱਟਦਾ ਨਹੀਂ ਛੇਤੀ। ਇਸ ਲਈ ਕਹਿ ਰਹੇ ਨੇ ਵੀ ਇਸ ਹੰਕਾਰ ਦੇ ਵਿੱਚੋਂ, ਮਾਣ ਵਿੱਚੋਂ ਦੀ ਤੂੰ ਨਿਕਲ ਜਾ, ਨਹੀਂ ਤੇ ਮੈਂ ਉਹ ਅੱਖਾਂ ਵੇਖੀਆਂ ਨੇ ਜਿਨ੍ਹਾਂ ਅੱਖਾਂ ਦੇ ਵਿੱਚ ਸਿਰਫ ਪੰਛੀਆਂ ਦੇ ਬੱਚੇ ਬੈਠੇ ਹੀ ਨਜ਼ਰ ਆਉਂਦੇ ਨੇ, ਹੋਰ ਕੁਝ ਵੀ ਨਹੀਂ। ਫਿਰ ਕਾਹਦਾ ਮਾਣ, ਕਾਹਦਾ ਹੰਕਾਰ ਤੂੰ ਬੰਦਿਆ ਕਰਕੇ ਬੈਠਾ ਹੈ? ਤੈਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। 4 ਪਲ ਮਿਲੇ ਨੇ ਜੀਵਨ ਜਿਉਣ ਵਾਸਤੇ, ਤੇ ਤੂੰ ਉਹ ਵੀ ਹੰਕਾਰ ਵਿੱਚ ਆ ਕੇ ਆਪਣੇ ਲੇਖ ਚੰਗੇ ਲਿਖਾਉਣ ਦੀ ਬਜਾਏ ਤੂੰ ਮਾੜੇ ਲੇਖ ਲਿਖਾ ਰਿਹਾ ਹੈ। ਕਿਉਂਕਿ ਅਕਲ ਤੇ ਪਰਦਾ ਪੈ ਗਿਆ ਨਾ। ਜਿਹਦੀ ਅਕਲ ਤੇ ਪਰਦਾ ਪੈ ਜਾਏ ਉਹ ਚੰਗਾ ਸੋਚ ਨਹੀਂ ਸਕਦਾ, ਚੰਗਾ ਕਰਮ ਕਰ ਨਹੀਂ ਸਕਦਾ, ਉਹ ਚੰਗਾ ਜੀਵਨ ਬਣਾ ਹੀ ਨਹੀਂ ਸਕਦਾ। ਜਿਹਦੀ ਅਕਲ ਤੇ ਪਰਦਾ ਪੈ ਜਾਏ ਉਹਨੂੰ ਸਮਝਾਉਣਾ ਵੀ ਫਿਰ ਬੜਾ ਔਖਾ ਹੋ ਜਾਂਦਾ ਹੈ, ਬੇਕਾਰ ਹੈ, ਕਿਉਂਕਿ ਉਹਨੂੰ ਸਮਝ ਨਹੀਂ ਆਉਂਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਇਹੋ ਜਿਹੇ ਹੰਕਾਰੀ ਲੋਕਾਂ ਨੂੰ ਬੜੀ ਮੱਤ ਦੇ ਕੇ ਸਮਝਾਇਆ, ਇਹੋ ਜੀਆਂ ਉਦਾਹਰਨਾਂ ਦੇ ਕੇ ਵੀ ਸਮਝਾਇਆ, ਪਰ ਜਿਨ੍ਹਾਂ ਦੀ ਮੱਤ ਜਿਹੜੀ ਹੈ ਉਹ ਮਰ ਗਈ ਹੋਵੇ, ਜਿਨ੍ਹਾਂ ਦੀ ਅਕਲ ਤੇ ਪਰਦਾ ਪੈ ਗਿਆ ਹੋਵੇ, ਉਹਨਾਂ ਨੂੰ ਸਮਝਾਉਣਾ ਕੋਈ ਸੌਖਾ ਹੈ? ਬੜਾ ਔਖਾ ਹੈ ਇਹੋ ਜਿਹੇ ਲੋਕਾਂ ਨੂੰ ਸਮਝਾਉਣਾ। ਕਈਆਂ ਨੂੰ ਹੰਕਾਰ ਦੇ ਹਵਾਲੇ ਦੇ ਕੇ, ਦ੍ਰਿਸ਼ਟਾਂਤ ਦੇ ਕੇ ਸਮਝਾਇਆ ਜਾਂਦਾ ਹੈ, ਉਦਾਹਰਨਾਂ ਦੇ ਕੇ ਸਮਝਾਇਆ ਜਾਂਦਾ ਹੈ, ਪਰ ਬੰਦਾ ਫਿਰ ਵੀ ਨਾ ਸਮਝੇ ਤੇ ਫਿਰ ਬੰਦਾ ਹੱਥ ਜੋੜ ਕੇ ਕਹਿੰਦਾ ਇਹਨੂੰ ਸਮਝਾਉਣਾ ਔਖਾ ਹੈ। ਇਹਨੂੰ ਸਮਝਾਉਣ ਦਾ ਮਤਲਬ ਹੈ ਕਿ ਆਪਣਾ ਸਿਰ ਦੀਵਾਰ ਦੇ ਵਿੱਚ ਮਾਰਨਾ, ਭਾਵ ਕਿ ਦੂਜੇ ਨੂੰ ਸਮਝਾਉਣ ਲੱਗਿਆਂ ਆਪਣਾ ਆਪ ਖਪਾਉਣਾ। ਤਾਂ ਹੀ ਤੇ ਕਿਹਾ ਸੀ ਵੀ ਤੂੰ ਉਹਨੂੰ ਸਮਝਾ ਜਿਹਨੂੰ ਸਮਝ ਵੀ ਆਵੇ। ਤੂੰ ਮੂਰਖ ਨੂੰ ਸਮਝਾਏਗਾ ਉਹਨੂੰ ਫਰਕ ਕੋਈ ਨਹੀਂ ਪੈਣਾ, ਪਰੇਸ਼ਾਨ ਤੂੰ ਹੋ ਜਾਏਗਾ। ਮੂਰਖ ਨਾਲ ਨਾ ਲੁੱਝੀ ਹੈ, ਕਹਿੰਦੇ ਉਹਦੇ ਨਾਲ ਤੈਨੂੰ ਕੋਈ ਝਗੜਾ, ਕੋਈ ਬਹਿਸ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਤੂੰ ਬਹਿਸ ਕਰੇਗਾ, ਝਗੜਾ ਕਰੇਗਾ, ਤੂੰ ਆਪਣਾ ਆਪ ਪਰੇਸ਼ਾਨ ਕਰਕੇ ਦੁਖੀ ਹੋ ਜਾਏਗਾ, ਉਹਨੂੰ ਫਰਕ ਫਿਰ ਕੋਈ ਨਹੀਂ ਪੈਣਾ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਬੜਾ ਹੀ ਇਹਨਾਂ ਲੋਕਾਂ ਨੂੰ ਸਮਝਾਇਆ, ਕਿਉਂਕਿ ਜਿਹੜੀ ਗੱਲ ਆਪ ਸਮਝ ਆਈ ਉਹੀ ਦੂਜਿਆਂ ਨੂੰ ਸਮਝਾਉਣੀ, ਤੇ ਜਿਹੜੀ ਆਪ ਗੱਲ ਸਮਝ ਨਹੀਂ ਆਈ ਉਹ ਦੂਜੇ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ। ਆਪਣੇ ਜੀਵਨ ਦੇ ਅੰਦਰ ਕਮਾਈ ਕਰਕੇ ਇਸ ਅਸਲ ਮਾਰਗ ਨੂੰ ਸਮਝ ਕੇ, ਉਸ ਮਾਰਗ ਤੇ ਤੁਰ ਕੇ, ਨਿਰੰਕਾਰ ਦੇ ਵਿੱਚ, ਉਸ ਰੱਬ ਦੇ ਵਿੱਚ ਅਭੇਦ ਹੋ ਕੇ ਫਿਰ ਦੁਨੀਆ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਆਹ ਰਸਤਾ ਛੱਡ ਦਿਓ, ਇਸ ਰਸਤੇ ਨੂੰ ਅਪਣਾਓ, ਇਹ ਵਾਲੀ ਮੱਤ ਦਾ ਤਿਆਗ ਕਰ ਦਿਓ, ਆਹ ਵਾਲੀ ਮੱਤ ਲੈ ਕੇ ਚੱਲੋ। ਜਿਹੜੀ ਮੱਤ ਤੁਹਾਨੂੰ ਮਿਲੀ ਹੈ, ਇਹ ਮੱਤ ਦੇ ਰਾਹੀਂ ਤੁਹਾਡਾ ਜਨਮ ਸਫਲ ਨਹੀਂ ਹੋਣਾ। ਇਸ ਲਈ ਹੁਣ ਅਖੀਰ ਫਿਰ ਬਾਬਾ ਫਰੀਦ ਸਾਹਿਬ ਨੇ ਇਹ ਗੱਲ ਵੀ ਕਹਿ ਕੇ ਸਮਝਾ ਦਿੱਤਾ ਕਿ ਜਿਹੜੀਆਂ ਅੱਖਾਂ ਦਾ ਤੂੰ ਸੁੰਦਰਤਾ ਦਾ ਮਾਣ ਕਰਦਾ ਹੈ, ਕੱਜਲ ਵੀ ਜਿਹੜੀਆਂ ਅੱਖਾਂ ਨਹੀਂ ਸਹਿੰਦੀਆਂ, ਇੱਕ ਦਿਨ ਇਹਨਾਂ ਹੀ ਅੱਖਾਂ ਵਿੱਚ ਪੰਛੀ ਦੇ ਬੱਚੇ ਬੈਠੇ ਹੋਣਗੇ, ਤੂੰ ਕੀ ਕਰ ਲਏਗਾ? ਤੂੰ ਕੁਝ ਵੀ ਉਸ ਵੇਲੇ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਤੇਰੀਆਂ ਇਹਨਾਂ ਅੱਖਾਂ ਵਿੱਚ ਉਦੋਂ ਲੋ ਨਹੀਂ ਹੋਣੀ। ਇਹਨਾਂ ਅੱਖਾਂ ਦੇ ਵਿੱਚ ਉਦੋਂ ਤੈਨੂੰ ਦੁਨੀਆ ਨੂੰ, ਜਗਤ ਨੂੰ ਵੇਖਣ ਵਾਸਤੇ ਇਹਨਾਂ ਅੱਖਾਂ ਵਿੱਚ ਰੋਸ਼ਨੀ ਨਹੀਂ ਹੋਣੀ। ਤੇ ਇਹ ਜਿਹੜੀ ਜੋਤ ਧਰੀ ਹੈ ਅੱਖਾਂ ਦੇ ਵਿੱਚ, ਇਹ ਕਿਉਂ ਧਰੀ ਹੈ? ਤਾਂ ਕਿ ਤੂੰ ਸੰਸਾਰ ਵਿੱਚ ਨਿਰੰਕਾਰ ਨੂੰ ਵੇਖ ਸਕੇ। ਪਰ ਜਿਹੜੇ ਹੰਕਾਰ ਨੇ ਤੇਰੀਆਂ ਅੱਖਾਂ ਅੱਗੇ ਪਰਦਾ ਪਾ ਦਿੱਤਾ ਨਾ, ਉਹ ਐਸਾ ਪਰਦਾ ਪੈ ਗਿਆ ਕਿ ਤੈਨੂੰ ਸੰਸਾਰ ਵਿੱਚ ਤਾਂ ਕੀ, ਤੈਨੂੰ ਆਪਣੇ ਆਪ ਵਿੱਚ ਵੀ ਨਿਰੰਕਾਰ ਨਹੀਂ ਦਿਸਦਾ। ਤੈਨੂੰ ਆਪਣੇ ਆਪੇ ਵਿੱਚ ਵੀ ਨਿਰੰਕਾਰ ਦੀ ਸਮਝ ਨਹੀਂ, ਤੇ ਜਿਹਨੂੰ ਆਪਣੇ ਆਪ ਵਿੱਚ ਨਿਰੰਕਾਰ ਦੀ ਸਮਝ ਨਹੀਂ, ਉਹ ਦੂਜਿਆਂ 'ਚ ਕਿਵੇਂ ਵੇਖ ਲਏਗਾ? ਗੁਰਬਾਣੀ ਨੇ ਸਾਨੂੰ ਇਹ ਮੱਤ ਦਿੱਤੀ ਹੈ, ਗੁਰਬਾਣੀ ਨੇ ਸਾਨੂੰ ਇਹ ਗਿਆਨ ਦਿੱਤਾ ਹੈ ਕਿ ਤੂੰ ਦੂਜਿਆਂ ਵਿੱਚ ਰੱਬ ਨੂੰ ਵੇਖਣ ਤੋਂ ਪਹਿਲਾਂ ਆਪਣੇ ਆਪ, ਆਪਣੇ ਅੰਦਰ ਵੇਖ। ਜਿਸ ਦਿਨ ਤੂੰ ਆਪਣੇ ਅੰਦਰ ਰੱਬ ਨੂੰ ਵੇਖ ਲਏਗਾ ਨਾ, ਉਸ ਦਿਨ ਅੱਖ ਖੋਲੀ, ਤੈਨੂੰ ਸਾਰੇ ਪਾਸੇ ਤੈਨੂੰ ਉਹ ਰੱਬ ਹੀ ਦਿਸੇਗਾ, ਉਹ ਨਿਰੰਕਾਰ ਹੀ ਦਿਸੇਗਾ, ਫਿਰ ਤੈਨੂੰ ਸੰਸਾਰ ਨਹੀਂ ਦਿਸੇਗਾ।
ਪਰ ਪਹਿਲਾਂ ਆਪਣੇ ਅੰਦਰ ਤੈਨੂੰ ਝਾਤ ਮਾਰਨੀ ਪੈਣੀ ਹੈ। ਤੇ ਬਾਬਾ ਫਰੀਦ ਸਾਹਿਬ ਜੀ ਇਹ ਸਮਝਾ ਕੇ ਆਏ ਨੇ, ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਹੁਣ ਸਿਰ ਨੀਵਾਂ ਕਿੱਥੇ ਹੋਵੇ? ਹੰਕਾਰ ਸਿਰ ਨੀਵਾਂ ਹੋਣ ਨਹੀਂ ਦਿੰਦਾ। ਅੰਦਰ ਦੇਖਿਆ ਕਿਵੇਂ ਜਾਵੇ? ਕਿਉਂਕਿ ਇਹਨਾਂ ਅੱਖਾਂ ਨੇ ਤੇ ਬਾਹਰ ਜਗਤ ਨੂੰ ਵੇਖਿਆ, ਇਹਨਾਂ ਨੇਤਰਾਂ ਨੇ ਤਾਂ ਸੰਸਾਰ ਨੂੰ ਮੋਹਿਆ ਹੋਇਆ ਹੈ। ਸੰਸਾਰ ਦੇ ਰੰਗ ਇਹਨਾਂ ਅੱਖਾਂ ਵਿੱਚ ਵਸੇ ਨੇ। ਇੱਥੇ ਨਿਰੰਕਾਰ ਕਿੱਥੇ ਦਿਸਣਾ? ਹੁਣ ਸਿਰ ਤਾਂ ਝੁਕਦਾ ਹੀ ਨਹੀਂ ਪਿਆ। ਹੁਣ ਆਪਣੇ ਅੰਦਰ ਕਿਵੇਂ ਵੇਖੇ? ਆਪਣੇ ਅੰਦਰ ਨੂੰ ਵੇਖਣ ਵਾਸਤੇ ਸਿਰ ਨੂੰ, ਗਰਦਨ ਨੂੰ ਝੁਕਾਉਣਾ ਪੈਣਾ ਹੈ। ਅੱਖਾਂ ਨੀਵੀਆਂ ਕਰਨੀਆਂ ਪੈਣਗੀਆਂ ਤੇ ਉਹ ਤਾਂ ਹੀ ਹੋਣਗੀਆਂ ਜੇ ਅੰਦਰੋਂ ਹੰਕਾਰ ਨਿਕਲੇਗਾ। ਜੇ ਹੰਕਾਰ ਨਾ ਨਿਕਲਿਆ ਤੇ ਨਿਰੰਕਾਰ ਦੀ ਸਮਝ ਕੋਈ ਨਹੀਂ ਆਉਣੀ। ਇਸ ਲਈ ਕਿਹਾ ਸੀ ਆਪਣੇ ਅੰਦਰ ਝਾਤ ਮਾਰ, ਨਹੀਂ ਸਮਝ ਆਈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਮੈਂ ਇੱਕ ਹੋਰ ਉਦਾਹਰਨ ਦਿੰਨਾ ਤੈਨੂੰ ਕਿ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿੱਠ। ਮੈਂ ਉਹ ਅੱਖਾਂ ਵੀ ਵੇਖੀਆਂ ਨੇ ਜਿਹੜੀਆਂ ਅੱਖਾਂ ਨਾਲ ਤੂੰ ਜਗ ਨੂੰ ਮੋਹ ਰਿਹਾ। ਮੈਂ ਇਹਨਾਂ ਅੱਖਾਂ ਨੂੰ ਵੇਖਿਆ ਕੱਜਲ ਰੇਖ ਨਾ ਸਹਿੰਦਿਆਂ। ਜਦੋਂ ਜਿੰਦ ਜਾਨ ਸੀ ਨਾ ਸਰੀਰ ਦੇ ਵਿੱਚ, ਅੱਖਾਂ ਕੰਮ ਕਰਦੀਆਂ ਸੀ, ਉਦੋਂ ਕੱਜਲ ਵੀ ਨਹੀਂ ਸੀ ਸਹਿੰਦੀਆਂ, ਕੱਜਲ ਵੀ ਬਰਦਾਸ਼ਤ ਨਹੀਂ ਸੀ ਹੁੰਦਾ। ਕਹਿੰਦੇ ਹੁਣ ਐਸੀ ਹਾਲਤ ਬਣ ਗਈ ਹੈ ਸੇ ਪੰਖੀ ਸੂਏ ਬਹੇਠ। ਹੁਣ ਇੱਥੇ ਪੰਛੀਆਂ ਨੇ ਬੱਚੇ ਦੇ ਦਿੱਤੇ। ਹੁਣ ਇਹਨਾਂ ਅੱਖਾਂ ਵਿੱਚ ਪੰਛੀ ਜਿਹੜੇ ਆ ਉਹੀ ਨਜ਼ਰ ਆਉਂਦੇ ਆ। ਭਾਵ ਇਹ ਇੱਕ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਅਖੀਰ ਤੇਰਾ ਇਦਾਂ ਹੋਣਾ ਹੈ, ਅਖੀਰ ਤੇਰੀ ਹਾਲਤ ਇਹ ਹੋਣੀ ਹੈ। ਇਸ ਲਈ ਅੱਜ ਵੀ ਸੁਚੇਤ ਹੋ ਜਾ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਬਾਬਾ ਫਰੀਦ ਸਾਹਿਬ ਜੀ ਇਸ ਸ਼ਲੋਕ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਹਨ। ਫਰੀਦਾ ਕੋ ਕਹਿੰਦਿਆ ਚਗਿੰਦਿਆ ਮਤੀ ਦਿੰਦਿਆ ਨਿਤ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਤਾਂ ਰੋਜ਼ ਜਿਹੜਾ ਉਹ ਕੂਕ ਕੇ ਕਹਿ ਰਿਹਾ। ਜੇ ਤੁਸੀਂ ਲੜੀਵਾਰ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਚਾਰ ਨਾਲ ਜੁੜਦੇ ਆ ਰਹੇ ਹੋ ਤੇ ਤਕਰੀਬਨ 13 ਕੁ ਸ਼ਲੋਕ ਜਿਹੜੇ ਨੇ ਆਪਾਂ ਪਿਛਲੇ ਸਮੇਂ ਵਿੱਚ ਵੇਖੀਏ ਤਾਂ ਉਹਦੀ ਵਿਚਾਰ ਦੇ ਨਾਲ ਆਪਾਂ ਜੁੜਦੇ ਆ ਰਹੇ ਹਾਂ। ਜਾਂ ਇਦਾਂ ਕਹਿ ਲਈਏ ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਤਾਂ ਕੂਕ ਕੇ ਕਹਿ ਰਿਹਾ, ਮੈਂ ਤਾਂ ਉੱਚੀ ਚੀਕਾਂ ਮਾਰ ਕੇ ਲੋਕਾਂ ਨੂੰ ਸਮਝਾਉਂਦਾ ਵੀ ਲੋਕੋ ਸਮਝ ਜਾਓ, ਲੋਕੋ ਸਮਝ ਜਾਓ, ਸੁਧਰ ਜਾਓ। ਹਜੇ ਵੀ ਵਕਤ ਹੈ, ਹਜੇ ਵੀ ਸਮਾਂ ਹੈ। ਜੇ ਅੱਜ ਨਹੀਂ ਤੁਸੀਂ ਸੁਧਰੋਗੇ ਫਿਰ ਸੁਧਰੋਗੇ ਕਦੋਂ? ਜੇ ਅੱਜ ਨਹੀਂ ਤੁਸੀਂ ਸਮਝੋਗੇ ਫਿਰ ਸਮਝੋਗੇ ਕਦੋਂ? ਕਿਉਂਕਿ ਅੱਜ ਨਹੀਂ ਸਮਝੇ ਤਾਂ ਕੱਲ ਦੀ ਆਸ ਕਿਹੜੀ ਰੱਖ ਕੇ ਬੈਠੇ ਹੋ? ਕੱਲ ਦਾ ਤੇ ਪਤਾ ਹੀ ਕੋਈ ਨਹੀਂ ਕਿ ਸਾਡੇ ਜੀਵਨ ਵਿੱਚ ਕੱਲ ਦਾ ਸਮਾਂ ਆਉਣਾ ਹੈ ਕਿ ਨਹੀਂ ਆਉਣਾ। ਅਸੀਂ ਕੱਲ ਤੇ ਉੱਤੇ ਖੜਲੋਤੇ ਹੋਏ ਆ ਵੀ ਕੱਲ ਨੂੰ ਵੇਖਾਂਗੇ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਆ ਇਸ਼ਾਰਾ ਤੈਨੂੰ ਪਹਿਲਾਂ ਹੀ ਦਿੱਤਾ ਸੀ ਵੀ ਪਿੱਛਾ ਰਹਿਆ ਦੂਰ, ਪਿੱਛਾ ਬਹੁਤ ਦੂਰ ਰਹਿ ਗਿਆ, ਅੱਗੋਂ ਦੀ ਆਸ ਨਾ ਰੱਖ। ਪਿੱਛਾ ਸਮਾਂ ਤੇਰਾ 50 ਸਾਲ ਹੈ ਤੇ ਅੱਗੇ ਵੀ 50 ਸਾਲ ਹੋਣਗੇ। ਜੇ ਅੱਗੇ ਤੇਰਾ ਸਮਾਂ 10 ਸਾਲ ਹੈ, ਪਿਛਲਾ ਸਮਾਂ ਲੰਘਿਆ ਤੇ ਅੱਗੋਂ ਵੀ ਤੈਨੂੰ 10 ਮਿਲਣਗੇ, ਇਹ ਆਸ ਨਾ ਰੱਖ। ਜੇ ਅੱਜ ਤੈਨੂੰ ਸਵਾਸ ਮਿਲਿਆ, ਕੱਲ ਪਤਾ ਨਹੀਂ ਤੇਰੇ ਜੀਵਨ ਵਿੱਚ ਤੈਨੂੰ ਸਵਾਸ ਜਿਉਣ ਲਈ ਮਿਲਣੇ ਆ ਕਿ ਨਹੀਂ ਮਿਲਣੇ। ਇਸ ਲਈ ਤੂੰ ਅੱਜ ਹੀ ਜਿਹੜੀ ਗੱਲ ਨੂੰ ਸਮਝਣਾ ਉਹ ਸਮਝ, ਅੱਜ ਹੀ ਸੁਧਾਰ ਕਰ, ਤੂੰ ਕੱਲ ਦੇ ਉੱਤੇ ਆਸ ਨਾ ਰੱਖ। ਜੇ ਅੱਜ ਵੀ ਆਪਾਂ ਹੁਣ ਦੇਖੋ ਆ ਇੰਨਾ ਕੁਝ ਵਰਤ ਰਿਹਾ ਇਸ ਸੰਸਾਰ ਭਰ ਦੇ ਵਿੱਚ, ਇਸ ਲਾਕਡਾਊਨ ਨੇ ਸਾਨੂੰ ਬੜਾ ਕੁਝ ਸਿਖਾਇਆ, ਬੜਾ ਕੁਝ ਸਿੱਖਣ ਨੂੰ ਮਿਲਿਆ, ਬੜਾ ਕੁਝ ਸਮਝਣ ਨੂੰ ਮਿਲਿਆ। ਤੇ ਜੇ ਬੰਦਾ 4 ਦਿਨ ਬਾਅਦ ਫਿਰ ਇਹ ਗੱਲ ਭੁੱਲ ਜਾਏ, ਅੱਜ ਤੇ ਕਹਿ ਰਹੇ ਆ ਵੀ ਸਾਨੂੰ ਇਹਨੇ ਬੜਾ ਕੁਝ ਸਿਖਾ ਦਿੱਤਾ, ਬੜਾ ਕੁਝ ਸਮਝਾ ਦਿੱਤਾ, ਪਤਾ ਲੱਗ ਗਿਆ ਕਿ ਦੁਨੀਆ ਕੀ ਹੈ, ਇਹ ਜੀਵਨ ਕੀ ਹੈ। ਇਸ ਲਾਕਡਾਊਨ ਵਿੱਚ ਪਤਾ ਲੱਗ ਗਿਆ ਵੀ ਆ ਜ਼ਿੰਦਗੀ ਕੀ ਹੈ, ਇਹਦੀ ਕੀ ਅਹਿਮੀਅਤ ਹੈ ਇਸ ਜ਼ਿੰਦਗੀ ਦੀ।
ਤੇ ਜੇ ਬੰਦਾ ਫਿਰ ਭੁੱਲ ਜਾਏ, ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇ ਚੀਕਾਂ ਮਾਰ ਮਾਰ ਕੇ ਸਮਝਾਉਂਦਾ ਪਿਆ, ਮੈਂ ਤੇ ਉੱਚੀ ਉੱਚੀ ਕੂਕ ਕੂਕ ਕੇ ਸਮਝਾਉਣਾ ਪਿਆ, ਇਹਨਾਂ ਦੇ ਭਲੇ ਵਾਸਤੇ ਸਮਝਾਉਣਾ। ਹੁਣ ਕਈ ਵਾਰ ਦੇਖੋ ਮਾਂ-ਬਾਪ ਬੱਚੇ ਨੂੰ ਪਿਆਰ ਨਾਲ ਸਮਝਾਉਂਦੇ, ਉਹਨੂੰ ਬਾਰ-ਬਾਰ ਪਿਆਰ ਨਾਲ ਸਮਝਾਉਂਦੇ, ਨਹੀਂ ਸਮਝ ਆਉਂਦੇ ਤੇ ਕਈ ਵਾਰੀ ਮਾਂ ਉੱਚੀ ਵੀ ਬੋਲ ਪੈਂਦੀ ਹੈ, ਕਈ ਵਾਰ ਪਿਤਾ ਉੱਚੀ ਬੋਲ ਕੇ ਝਿੜਕ ਵੀ ਦਿੰਦਾ ਹੈ। ਤੇ ਉਹ ਕਿਉਂ? ਉਹਦੇ ਬੱਚੇ ਦੇ ਭਲੇ ਵਾਸਤੇ। ਤੇ ਜੇ ਬੱਚਾ ਆਖੇ ਵੀ ਤੁਸੀਂ ਉੱਚੀ ਉੱਚੀ ਰੋਲਾ ਕਿਉਂ ਪਾਉਂਦੇ ਹੋ, ਐਡੀ ਉੱਚੀ ਉੱਚੀ ਬੋਲਦੇ ਕਿਉਂ, ਤੇ ਮਾਂ-ਬਾਪ ਕਹਿੰਦੇ ਬੋਲਣਾ ਵੀ ਤੇ ਤੁਸੀਂ ਸਿਖਾਇਆ। ਆਪਾਂ ਸਾਰੇ ਹੀ ਪਰਿਵਾਰ ਵਾਲੇ ਹਾਂ, ਇਸ ਗੱਲ ਨੂੰ ਸਮਝ ਸਕਦੇ ਹਾਂ ਵੀ ਬੱਚੇ ਨੂੰ ਪਿਆਰ ਨਾਲ ਗੱਲ ਸਮਝਾਈ, ਇੱਕ ਦਿਨ 2 ਦਿਨ 4 ਦਿਨ ਬੱਚਾ ਨਹੀਂ ਸਮਝਦਾ, ਫਿਰ ਅਖੀਰ ਮਾਂ ਉੱਚੀ ਬੋਲ ਕੇ ਉਹਨੂੰ ਸਮਝਾਉਂਦੀ ਹੈ। ਉਹ 2-4 ਦਿਨ ਬੋਲਦੀ ਹੈ, ਉਹਦੀ ਆਵਾਜ਼ ਉੱਚੀ ਹੋ ਜਾਂਦੀ ਹੈ। ਤੇ ਬੱਚਾ ਕਵੇ ਵੀ ਤੁਸੀਂ ਆਰਾਮ ਨਾਲ ਬੋਲੋ, ਇੰਨਾ ਉੱਚੀ ਕਿਉਂ ਬੋਲਦੇ ਹੋ? ਤੇ ਮਾਂ ਕਹਿੰਦੀ ਆ ਮੈਂ ਬੋਲਦੀ ਨਹੀਂ ਸੀ, ਤੂੰ ਮੈਨੂੰ ਬੋਲਣਾ ਸਿਖਾ ਦਿੱਤਾ। ਇਹ ਉੱਚੀ ਆਵਾਜ਼ ਤੁਹਾਨੂੰ ਸਮਝਾ ਕੇ ਹੀ ਹੋਈ ਹੈ, ਪਰ ਤੁਸੀਂ ਫਿਰ ਨਹੀਂ ਸਮਝੇ। ਬਸ ਇਹੀ ਹਾਲਤ ਭਗਤ ਜਨ ਕਹਿੰਦੇ ਅਸੀਂ ਲੋਕਾਂ ਨੂੰ ਸਮਝਾਉਂਦੇ ਉੱਚੀ ਉੱਚੀ ਕੂਕਦੇ ਵੀ ਰਹੇ ਵੀ ਲੋਕੋ ਸੁਧਰ ਜਾਓ, ਇਹ ਲੋਕੋ ਸਮਝ ਜਾਓ, ਪਰ ਲੋਕੀ ਨਹੀਂ ਸਮਝੇ, ਦੁਨੀਆ ਨਹੀਂ ਸਮਝੀ। ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਫਰੀਦਾ ਕੂਕੇਂਦਿਆਂ ਚਾਂਗੇਂਦਿਆਂ, ਚਿੰਗਾੜਾਂ ਵੀ ਮਾਰੀਆਂ, ਉੱਚੀ ਉੱਚੀ ਚੀਕਾਂ ਵੀ ਮਾਰੀਆਂ ਵੀ ਸਮਝ ਆਓ। ਔਰ ਉੱਚੀ ਉੱਚੀ ਕੂਕਿਆ ਕਿਉਂ? ਤੁਹਾਡੇ ਭਲੇ ਵਾਸਤੇ, ਕਿ ਤੁਹਾਡਾ ਜੀਵਨ ਕਿਤੇ ਸਫਲ ਹੋ ਜਾਏ, ਤੁਹਾਡੇ ਜੀਵਨ ਦੇ ਕਿਤੇ ਦੁੱਖ ਮੁੱਕ ਜਾਣ। ਅੱਜ ਕਿੰਨਾ ਰੌਲਾ ਪਾਇਆ ਜਾ ਰਿਹਾ ਹੈ ਕਿ ਸੰਸਾਰ ਦੇ ਵਿੱਚ ਆਪਣੀ ਸਾਵਧਾਨੀ ਰੱਖੋ, ਸੁਚੇਤ ਰਹੋ, ਆਪਣੇ ਵੱਲੋਂ ਸੁਚੇਤ ਰਹੋ, ਆਪਣੇ ਵੱਲੋਂ ਹਰ ਕੋਈ ਆਪਣੀ ਸਾਵਧਾਨੀ ਰੱਖੇ, ਕਿਸੇ ਨੂੰ ਕਹਿਣ ਕਹਾਉਣ ਦੀ ਲੋੜ ਹੀ ਨਹੀਂ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਵੀ ਕੂਕ ਰਿਹਾ ਉੱਚੀ ਉੱਚੀ, ਔਰ ਦੁਹਾਈ ਪਾ ਪਾ ਕੇ ਕਹਿ ਰਿਹਾ ਮੱਤੀ ਦਿੰਦਿਆਂ ਨਿਤ, ਮੈਂ ਨਿਤ ਮੱਤ ਦੇ ਰਿਹਾ, ਜਿਹੜੀ ਮੱਤ ਮੈਨੂੰ ਮੇਰੇ ਮਾਲਕ ਨੇ ਦਿੱਤੀ। ਇਹ ਵੀ ਨਹੀਂ ਕਹਿ ਰਹੇ ਕਿ ਮੈਂ ਵੱਡੀ ਮੱਤ ਵਾਲਾ ਹੋ ਗਿਆ, ਇਹ ਵੀ ਨਹੀਂ ਕਹਿ ਰਹੇ ਕਿ ਮੇਰੇ ਕੋਲ ਮੱਤ ਜ਼ਿਆਦਾ, ਨਹੀਂ, ਜੋ ਮੇਰੇ ਮਾਲਕ ਨੇ, ਮੇਰੇ ਰੱਬ ਨੇ ਮੈਨੂੰ ਮੱਤ ਦਿੱਤੀ ਆ, ਉਹ ਮੱਤ ਮੈਂ ਲੋਕੋ ਤੁਹਾਡੇ ਤੱਕ ਪਹੁੰਚਾਉਣਾ ਚਾਹ ਰਿਹਾ। ਉਹ ਮੱਤ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਕੱਲੀ ਇਹ ਮੈਂ ਹੀ ਇਹ ਮੱਤ ਦਾ ਲਾਹਾ ਨਾ ਲਵਾਂ, ਇਹ ਮੱਤ ਦਾ ਲਾਹਾ ਤੁਸੀਂ ਵੀ ਲੈ ਲਓ, ਤੁਹਾਡੀ ਵੀ ਮੱਤ ਜਿਹੜੀ ਆ ਚੰਗੀ ਹੋ ਜਾਏ। ਕਿਉਂਕਿ ਕਿਤੇ ਨਾ ਕਿਤੇ ਮਨ ਵਿਗੜਿਆ ਹੋਇਆ ਜਿਹੜਾ ਇਹਦੇ ਪਿੱਛੇ ਮੱਤ ਦਾ ਹੱਥ ਹੈ। ਅਸੀਂ ਕਹਿੰਦੇ ਆ ਵੀ ਇਹ ਬੰਦਾ ਵਿਗੜ ਗਿਆ, ਕਿਉਂ ਵਿਗੜਿਆ? ਫਲਾਣੇ ਦਾ ਸਾਥ ਮਿਲਿਆ, ਫਲਾਣੇ ਦੀ ਸੰਗਤ ਮਿਲ ਗਈ, ਇਹ ਸੰਗਤ ਕਰਕੇ ਵਿਗੜ ਗਿਆ, ਨਹੀਂ ਤੇ ਇਦਾਂ ਦਾ ਹੈ ਨਹੀਂ ਸੀ। ਮਨ ਇਦਾਂ ਦਾ ਹੈ ਨਹੀਂ ਸੀ, ਇਹ ਸੰਗਤ ਕਰਕੇ ਵਿਗੜ ਗਿਆ। ਤੇ ਕਿਤੇ ਨਾ ਕਿਤੇ ਮੱਤ ਦਾ ਕਸੂਰ ਹੈ। ਮਨ ਰੇ ਕੌਣ ਕੁਮਤ ਤੈਂ ਲੀਨੀ, ਮਨ ਤੂੰ ਕਿਹੜੀ ਭੈੜੀ ਮੱਤ ਦੇ ਮਗਰ ਲੱਗ ਗਿਆ? ਤੈਨੂੰ ਤਾਂ ਤੋਰਿਆ ਕਿਸੇ ਹੋਰ ਰਾਹ ਸੀ, ਤੂੰ ਤੁਰ ਕਿਸੇ ਹੋਰ ਰਾਹ ਪਿਆ। ਥੋੜਾ ਜਿਹਾ ਇਹਨੂੰ ਹੋਰ ਬਰੀਕੀ ਨਾਲ ਸਮਝ ਲਿਓ। ਸਾਡੀ ਅੰਦਰ ਦੀ ਜਿੰਦ ਹੈ ਨਾ ਜਿਹੜੀ, ਇਹ ਕਹਿ ਰਹੀ ਹੈ, ਇਹ ਜਿੰਦ ਕਹਿੰਦੀ ਆ ਮਨ ਰੇ ਕੌਣ ਕੁਮਤ ਤੈਂ ਲੀਨੀ, ਤੂੰ ਹੈ ਤਾਂ ਮੇਰਾ ਪਰਛਾਵਾਂ ਹੈ ਤੇ ਤੂੰ ਮੇਰਾ ਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਤੂੰ ਹੈ ਤਾਂ ਮੇਰਾ ਸਰੂਪ ਹੈ, ਮੇਰਾ ਰੂਪ ਹੈ। ਤੂੰ ਮੇਰੇ ਪਾਸੇ ਦੀ ਗੱਲ ਕਰਨੀ ਸੀ, ਪਰ ਤੂੰ ਤਾਂ ਮੱਤ ਮਗਰ ਲੱਗ ਗਿਆ। ਤੈਨੂੰ ਮੈਂ ਭੇਜਿਆ ਸੀ ਕਿ ਤੂੰ ਗੁਰਬਾਣੀ ਨਾਲ ਜੁੜ ਕੇ ਨਾਮ ਦਾ ਰਸ ਲੈ ਕੇ ਆ। ਤੈਨੂੰ ਭੇਜਿਆ ਸੀ ਕਿ ਤੂੰ ਸੰਗਤ ਕਰਕੇ ਗੁਰੂ ਦੀ ਮੱਤ ਲੈ ਕੇ ਗੁਰਬਾਣੀ ਦਾ ਗਿਆਨ, ਗੁਰਬਾਣੀ ਦਾ ਰਸ, ਗੁਰਬਾਣੀ ਦਾ ਭੋਜਨ ਮੇਰੇ ਤੱਕ ਲੈ ਕੇ ਆ, ਤਾਂ ਕਿ ਮੈਨੂੰ ਰੱਬੀ ਖੁਰਾਕ ਮਿਲੇ ਤੇ ਮੈਂ ਰੱਬ ਜੀ ਤੱਕ ਪਹੁੰਚ ਜਾਵਾਂ। ਇਹ ਅੰਦਰ ਦੀ ਜਿੰਦ ਕਹਿ ਰਹੀ ਹੈ ਨਾ। ਪਰ ਹੁਣ ਹੋਇਆ ਕਿ ਜਿੰਦ ਤੋਂ ਇਹ ਵਿਛੜ ਕੇ ਮਨ ਚੱਲਿਆ ਤਾਂ ਸੀ ਨਾਮ ਦਾ ਰਸ ਲੈਣ, ਅੱਗੋਂ ਮੱਤ ਨੇ ਪਕੜ ਲਿਆ। ਮੱਤ ਕਹਿੰਦੀ ਤੂੰ ਕਿੱਥੇ ਚੱਲਿਆ? ਤੂੰ ਇਹ ਰਸਤਾ ਛੱਡ, ਤੂੰ ਮੇਰੇ ਮਗਰ ਲੱਗ, ਜੋ ਮੈਂ ਕਹਿੰਦੀ ਆ ਉਹ ਕਹਿ। ਹੁਣ ਮੱਤ ਦੇ ਮਗਰ ਲੱਗ ਗਿਆ ਮਨ।
ਤੇ ਜਿਹੜਾ ਕੰਮ ਇਸ ਮਨ ਨੇ ਕਰਨਾ ਸੀ ਉਹ ਆਪਣਾ ਮੂਲ ਭੁੱਲ ਗਿਆ। ਮਨ ਨੇ ਜਿਹੜੇ ਰਾਹ ਜਾਣਾ ਸੀ ਉਹ ਰਾਹ ਭੁੱਲ ਗਿਆ, ਜਿਹੜੀ ਖੁਰਾਕ ਲੈਣੀ ਸੀ ਉਹ ਖੁਰਾਕ ਲੈਣੀ ਭੁੱਲ ਗਿਆ। ਹੁਣ ਅੰਦਰ ਦੀ ਜਿੰਦ ਕੁਰਲਾਈ ਜਾਂਦੀ ਹੈ। ਉਹ ਕਹਿੰਦੀ ਮੈਂ ਕਰਮਾਂ ਦੀ ਮਾਰੀ ਹੋਈ, ਕੈਸੇ ਮਨ ਨੂੰ ਭੇਜਿਆ ਸੀ, ਇਹ ਤੇ ਆਪ ਹੀ ਵਿਗੜ ਗਿਆ ਜਾ ਕੇ, ਮੈਨੂੰ ਖੁਰਾਕ ਕਿੱਥੋਂ ਮਿਲਣੀ ਸੀ। ਬੱਚਾ ਮਾੜਾ ਕੰਮ ਕਰੇ ਨਾ ਬੱਚਾ, ਤੇ ਜਦੋਂ ਘਰ ਉਲਾਂਭੇ ਆਉਣੇ ਸ਼ੁਰੂ ਹੋ ਜਾਣ ਤੇ ਮਾਂ ਰੋ ਕੇ ਕਹਿੰਦੀ ਆ ਮੈਂ ਕਿੰਨੇ ਕਰਮਾਂ ਦੀ ਮਾਰੀ ਆ, ਮੇਰੀ ਔਲਾਦ ਇਦਾਂ ਦੀ ਨਿਕਲੀ, ਕਹਿੰਦੇ ਆ ਨਾ ਅਸੀਂ। ਤੇ ਜੇ ਬੱਚਾ ਚੰਗਾ ਕੰਮ ਕਰੇ ਤੇ ਮਾਂ ਨੂੰ ਵਧਾਈਆਂ ਮਿਲਣ, ਮਾਂ ਕਹਿੰਦੀ ਮੈਂ ਕਿੱਡੇ ਭਾਗਾਂ ਵਾਲੀ ਆ ਜੋ ਮੈਨੂੰ ਇਹੋ ਜੀ ਔਲਾਦ ਮਿਲੀ। ਹੁਣ ਅੰਦਰ ਦੀ ਜਿੰਦ ਕਹਿੰਦੀ ਆ ਕਰਮਹੀਣ ਧਨ ਕਰੇ ਬੇਨੰਤੀ। ਉਹ ਕਰਮਾਂ ਦੀ ਮਾਰੀ ਕਹਿੰਦੀ ਆ ਮੈਂ ਕਿਹੋ ਜੀ ਕਰਮਾਂ ਦੀ ਮਾਰੀ ਆ। ਮਨ ਨੂੰ ਭੇਜਿਆ ਸੀ ਨਾਮ ਦਾ ਰਸ ਲੈਣ, ਨਾਮ ਦੀ ਖੁਰਾਕ ਲੈਣ, ਇਹਨੇ ਨਾਮ ਦਾ ਰਸ ਨਾਮ ਦੀ ਖੁਰਾਕ ਤਾਂ ਕੀ ਲਿਆਉਣੀ ਸੀ, ਆਪ ਹੀ ਨਹੀਂ ਮੁੜਿਆ, ਆਪ ਹੀ ਨਹੀਂ ਆਇਆ ਵਾਪਸ। ਤੇ ਮੈਂ ਇੱਥੇ ਰੋਈ ਜਾਂਦੀ ਆ, ਕੁਰਲਾਈ ਜਾਂਦੀ ਆ, ਮੇਰਾ ਜਨਮ ਲੇਖੇ ਕਿਵੇਂ ਲੱਗੇਗਾ। ਮੈਂ ਇੱਥੇ ਅੰਦਰ ਦੀ ਜਿੰਦ ਕਹਿੰਦੀ ਪਈ ਆ ਵੀ ਮੇਰਾ ਦੁੱਖ ਮੁੱਕ ਜਾਏ। ਹੁਣ ਦੁੱਖ ਮੁੱਕਣਾ ਸੀ ਨਾਮ ਦੇ ਰਸ ਨਾਲ, ਤੇ ਮਨ ਨੇ ਲੈ ਕੇ ਆਉਣਾ ਸੀ, ਮਨ ਲੈ ਕੇ ਨਹੀਂ ਆਇਆ। ਉਹ ਵਿਚਾਰੀ ਦੁਖੀ ਦੀ ਦੁਖੀ ਹੈ ਅੰਦਰ ਦੀ ਜਿੰਦ, ਉਹ ਕੁਮਲਾਈ ਪਈ ਹੈ। ਉਹ ਅੰਦਰੋਂ ਜਿੰਦ ਮੁਰਝਾਈ ਹੋਈ ਕਹਿ ਰਹੀ ਹੈ ਕਿ ਮੇਰੇ ਮਾਲਕਾ ਇਹ ਜਨਮ ਤੁਮਾਰੇ ਲੇਖੇ। ਹੁਣ ਜਨਮ ਲੇਖੇ ਕਿਵੇਂ ਲੱਗੇ, ਮਨ ਤਾਂ ਮੁੜਿਆ ਹੀ ਨਹੀਂ ਵਾਪਸ। ਫਿਰ ਇਹਨੇ ਆਵਾਜ਼ ਦਿੱਤੀ, ਕਹਿਣ ਲੱਗੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ। ਤੈਨੂੰ ਤਾਂ ਰਾਮ ਦੀ ਭਗਤੀ ਲਈ ਭੇਜਿਆ ਸੀ, ਤੈਨੂੰ ਤਾਂ ਮਾਲਕ ਦੀ ਭਗਤੀ ਕਰਨ ਲਈ ਭੇਜਿਆ ਸੀ, ਤਾਂ ਕਿ ਮੇਰਾ ਛੁਟਕਾਰਾ ਹੋ ਜਾਏ ਇਸ ਸਰੀਰ ਤੋਂ, ਇਸ ਪਿੰਜਰੇ ਤੋਂ, ਇਸ ਗਰਭ ਜੋਨੀ ਵਿੱਚੋਂ ਛੁਟਕਾਰਾ ਮੇਰਾ ਆਵਾਗਮਨ ਮੁੱਕ ਜਾਏ। ਪਰ ਤੂੰ ਜਿਹੜੇ ਕੰਮ ਭੇਜਿਆ ਸੀ ਤੂੰ ਉਹ ਭਗਤੀ ਤਾਂ ਕੀਤੀ ਨਹੀਂ। ਤੂੰ ਮਤ ਮਗਰ ਲੱਗ ਗਿਆ ਤੇ ਮਤ ਨੇ ਕਿਹਾ ਪਰਦਾਰਾ, ਤੂੰ ਪਰਾਈ ਇਸਤਰੀ ਵੱਲ ਜਾ, ਪਰਾਈ ਨਿੰਦਿਆ ਪਰਾਈ ਚੁਗਲੀ ਦਾ ਰਸ ਲੈ। ਹੁਣ ਮਨ ਉਸ ਪਾਸੇ ਤੁਰ ਗਿਆ, ਮਨ ਨੂੰ ਨਿੰਦਾ ਚੁਗਲੀ ਤੋਂ ਸਿਵਾ ਚੰਗਾ ਲੱਗਦਾ ਹੀ ਕੁਛ ਨਹੀਂ। ਮਨ ਅੰਮ੍ਰਿਤ ਲੈਣ ਗਿਆ ਸੀ, ਇਹਦੇ ਮੂੰਹ ਨੂੰ ਜ਼ਹਿਰ ਲੱਗ ਗਈ। ਹੁਣ ਇਹਨੂੰ ਜ਼ਹਿਰ ਚੰਗੀ ਲੱਗਦੀ ਹੈ, ਅੰਮ੍ਰਿਤ ਕੌੜਾ ਲੱਗਦਾ ਹੈ। ਇਹਨੂੰ ਝੂਠ ਲੱਗ ਗਿਆ ਚੰਗਾ, ਇਹਨੂੰ ਵਿਕਾਰ ਚੰਗੇ ਲੱਗ ਗਏ, ਕਿਉਂਕਿ ਮਤ ਨੇ ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਪਾ ਦਿੱਤਾ। ਹੁਣ ਮਨ ਜਿਹੜਾ ਸੀ ਆਪਣਾ ਮੂਲ ਭੁੱਲ ਗਿਆ, ਪਿੱਛੇ ਆਉਣਾ ਹੀ ਮੁੜ ਗਿਆ ਜਿੰਦ ਦੇ ਕੋਲ। ਇਹ ਬਸ ਦੁਨੀਆ ਦੇ ਵਿੱਚ ਦੁਨੀਆ 'ਚ ਹੀ ਰੰਗਦਾ ਚਲਾ ਗਿਆ। ਹੁਣ ਜਿਹਨੂੰ ਇਹ ਗੱਲ ਸਮਝ ਆਈ ਭਗਤ ਜਨਾਂ ਨੂੰ, ਉਹਨਾਂ ਨੇ ਦੁਨੀਆ ਨੂੰ ਸਮਝਾਇਆ, ਦੁਨੀਆ ਨੂੰ ਮੱਤ ਦਿੱਤੀ, ਉੱਚੀ ਉੱਚੀ ਰੋਲਾ ਪਾ ਪਾ ਕੇ ਸਮਝਾਇਆ, ਉੱਚੀ ਉੱਚੀ ਕੂਕ ਕੂਕ ਕੇ ਸਮਝਾਇਆ। ਕਬੀਰ ਜੀ ਨੇ ਤੇ ਕਹਿਤਾ ਹੱਦ ਹੋ ਗਈ ਹੈ, ਲੋਕਾਂ ਨੂੰ ਮੈਂ ਸਮਝਾਉਣਾ, ਲੋਕ ਮੇਰੇ ਮਗਰ ਤਾਂ ਕੀ ਲੱਗਣੇ, ਲੋਕ ਮੈਨੂੰ ਆਪਣੇ ਮਗਰ ਲਾਉਣ ਨੂੰ ਫਿਰਦੇ ਆ। ਜੇ ਕੋਈ 4 ਬੰਦੇ ਬੈਠ ਕੇ ਨਸ਼ਾ ਕਰ ਰਹੇ ਹੋਣ ਨਾ, ਇੱਕ ਭਲਾ ਮਾਨਸ ਕੋਲੋਂ ਲੰਘੇ, ਉਹ ਕਵੇ ਵੀ ਹੱਥ ਜੋੜ ਕੇ ਭਰਾਵੋ ਛੱਡ ਦਿਓ, ਨਸ਼ਾ ਮਾੜਾ ਹੁੰਦਾ ਹੈ, ਇਹ ਤੁਹਾਡੀ ਜ਼ਿੰਦਗੀ, ਤੁਹਾਡੇ ਘਰ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦੇਗਾ। ਉਹ ਅੱਗੋਂ ਕਹਿਣਗੇ ਛੱਡ ਪਰਾਂ, ਤੂੰ ਸਾਡੇ ਨਾਲ ਬੈਠ ਕੇ ਤੂੰ ਵੀ ਨਸ਼ਾ ਕਰ ਲੈ। ਉਹ ਹੱਥ ਜੋੜ ਕੇ ਕਹੇਗਾ ਵੀ ਮੈਂ ਤੁਹਾਨੂੰ ਸਮਝਾਉਂਦਾ, ਉਲਟਾ ਤੁਸੀਂ ਮੈਨੂੰ ਆਪਣੇ ਨਾਲ ਰਲਾਉਂਦੇ ਹੋ। ਹੁਣ ਕਬੀਰ ਜੀ ਕਹਿੰਦੇ ਮਨ ਮਾਨੈ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਮੈਂ ਲੋਕਾਂ ਨੂੰ ਮਤ ਦੇ ਕੇ ਸਮਝਾਣਾ, ਲੋਕੀ ਆਪਣੀ ਮਤ ਮੈਨੂੰ ਦੇ ਕੇ ਸਮਝਾਉਂਦੇ ਨੇ। ਇਸ ਲਈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਕੋ ਕਹਿੰਦਿਆਂ ਚਾਂਗੇਂਦਿਆਂ ਮੱਤੀ ਦਿੰਦਿਆਂ। ਨਿਤ ਮੇਰਾ ਤੇ ਨਿਤ ਦਾ ਟਾਈਮ, ਨਿਤ ਦਾ ਸਮਾਂ ਇਹ ਇਸੇ ਤਰ੍ਹਾਂ ਹੀ ਲੰਘ ਰਿਹਾ, ਲੋਕਾਂ ਨੂੰ ਮੱਤ ਦਿੰਦਿਆਂ ਵੀ ਆਹ ਕੰਮ ਨਾ ਕਰੋ, ਆਹ ਕੰਮ ਨਾ ਕਰੋ, ਇਹ ਤੁਹਾਡੇ ਲਈ ਮਾੜਾ ਹੈ, ਇਹ ਤੁਹਾਡੇ ਲਈ ਬੁਰਾ ਹੈ, ਇਹਦੇ ਲਈ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਏਗੀ, ਦੁੱਖਾਂ ਨਾਲ ਭਰ ਜਾਏਗੀ। ਕਹਿੰਦੇ ਮੇਰਾ ਤੇ ਨਿਤ ਦਾ ਸਮਾਂ ਇਦਾਂ ਹੀ ਲੰਘਦਾ ਹੈ, ਦੁਨੀਆ ਨੂੰ ਸਮਝਾਉਂਦਿਆਂ, ਤੇ ਕਈ ਵਾਰ ਸਮਝਾਉਂਦਿਆਂ ਉੱਚੀ ਉੱਚੀ ਕੂਕਣਾ ਵੀ ਪੈਂਦਾ ਹੈ, ਉੱਚੀ ਉੱਚੀ ਕਹਿਣ ਲੱਗੇ ਦੁਹਾਈਆਂ ਵੀ ਪਾ ਕੇ ਸਮਝਾਉਣਾ ਪੈਂਦਾ। ਪ੍ਰਾਣੀ ਤੂੰ ਆਇਆ ਲਾਹਾ ਲੈਣਾ,
ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਕਿਉਂਕਿ ਭਗਤ ਪਰਉਪਕਾਰੀ ਹੋ ਜਾਂਦੇ ਨੇ, ਤੇ ਜਿਹੜੇ ਪਰਉਪਕਾਰੀ ਹੁੰਦੇ ਨੇ ਫਿਰ ਉਹ ਆਪਣੀ ਪਰਵਾਹ ਨਹੀਂ, ਉਹ ਦੂਜਿਆਂ ਦੀ ਪਰਵਾਹ ਕਰਦੇ ਨੇ। ਉਹ ਕਹਿੰਦੇ ਸਾਨੂੰ ਹੁਣ ਆਪਣੀ ਪਰਵਾਹ ਨਹੀਂ, ਦੂਜਿਆਂ ਦੀ ਪਰਵਾਹ ਹੈ। ਉਹ ਦੂਜਿਆਂ ਨੂੰ ਮੱਤ ਦੇਣ ਪਿੱਛੇ ਆਪਣਾ ਸਮਾਂ ਜਿਹੜਾ ਉਹ ਗਵਾਉਂਦੇ ਨੇ, ਇਹ ਸੋਚ ਕੇ ਵੀ ਚਲੋ ਦੂਜਿਆਂ ਦਾ ਭਲਾ ਹੋ ਜਾਏ, ਦੂਜਿਆਂ ਦਾ। ਪਰ ਜੇ ਦੂਜੇ ਇਸ ਭਲਾਈ ਨੂੰ ਸਮਝਣ ਹੀ ਨਾ, ਜੇ ਉਹਦੀ ਕਦਰ ਹੀ ਨਾ ਪਾਉਣ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਨਿਤ ਇਹਨਾਂ ਨੂੰ ਮੱਤ ਦੇ ਦੇ ਕੇ, ਕੂਕ ਕੂਕ ਕੇ, ਦੁਹਾਈ ਪਾ ਪਾ ਕੇ ਸਮਝਾਉਣ ਦਾ ਯਤਨ ਕਰਦਾ ਹਾਂ। ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰਹਿ ਚਿਤ। ਅਖੀਰ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਗੱਲ ਸਮਝਾਉਂਦਿਆਂ ਤੇ ਸਮਝ ਆ ਗਈ ਕਿ ਜਿਨ੍ਹਾਂ ਦੇ ਮਨ ਨੂੰ ਸ਼ੈਤਾਨ ਨੇ ਵਿਗਾੜ ਦਿੱਤਾ। ਸ਼ੈਤਾਨ ਕੌਣ ਹੈ? ਅੰਮ੍ਰਿਤ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਜਿਹਦੇ ਕੋਲ ਗਿਆਨ ਨਹੀਂ ਹੁੰਦਾ, ਗਿਆਨ ਤੋਂ ਹੀਣੇ। ਤੇ ਜਿਹੜੇ ਕੋਲ ਗਿਆਨ ਨਹੀਂ ਹੈ ਉਹਦੇ ਕੋਲ ਕੀ ਹੋਏਗਾ? ਅਗਿਆਨ। ਜਿਹਦੇ ਕੋਲ ਚਾਨਣ ਨਹੀਂ ਹੈ ਉਹਦੇ ਕੋਲ ਕੀ ਹੋਏਗਾ? ਹਨੇਰਾ। ਜਿਹਦੇ ਕੋਲ ਅੰਮ੍ਰਿਤ ਨਹੀਂ ਹੈ ਉਹਦੇ ਕੋਲ ਕੀ ਹੋਏਗਾ? ਜ਼ਹਿਰ। ਜਿਹਦੇ ਕੋਲ ਸੱਚ ਨਹੀਂ ਹੈ ਉਹਦੇ ਕੋਲ ਕੀ ਹੋਏਗਾ? ਝੂਠ। ਕਹਿੰਦੇ ਮੈਂ ਇੱਕ ਗੱਲ ਤਾਂ ਇਹਨਾਂ ਨੂੰ ਮੱਤ ਦੇ ਕੇ ਸਮਝਾਉਂਦਿਆਂ ਆਪ ਗੱਲ ਸਮਝ ਲਈ ਕਿ ਜਿਹਨੂੰ ਸ਼ੈਤਾਨ ਨੇ ਵਿਗਾੜ ਦਿੱਤਾ ਹੈ ਨਾ, ਉਹਨੂੰ ਉਹਦੇ ਚਿੱਤ ਨੂੰ ਫੇਰਨਾ, ਉਹਦੇ ਚਿੱਤ ਨੂੰ ਬਦਲਣਾ ਬੜਾ ਔਖਾ ਹੈ, ਉਹਨੂੰ ਸਮਝਾਉਣਾ ਬੜਾ ਔਖਾ ਹੈ। ਸ਼ੈਤਾਨ ਇੱਕ ਹੋਵੇ ਤਾਂ ਅੰਦਰ ਸਮਝਾਈਏ, ਅੰਦਰ ਤੇ ਪੰਜ ਸ਼ੈਤਾਨ ਬੈਠੇ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ 5 ਸ਼ੈਤਾਨ ਨੇ ਜਿਨ੍ਹਾਂ ਨੇ ਸਾਡੇ ਮਨ ਨੂੰ ਕਾਬੂ ਕਰਕੇ ਸ਼ੈਤਾਨ ਬਣਾ ਦਿੱਤਾ। ਤੇ ਸਾਡੇ ਸਰੀਰ ਨੇ ਹਰਕਤ ਉਹੀ ਕਰਨੀ ਹੈ ਜੋ ਮਨ ਕਹੇਗਾ। ਅੱਖਾਂ ਆਪਣੇ ਆਪ ਨਹੀਂ ਚੱਲਦੀਆਂ, ਮਨ ਦੇ ਕਹਿਣ ਤੇ ਚੱਲਦੀਆਂ। ਜ਼ੁਬਾਨ ਆਪਣੇ ਆਪ ਨਹੀਂ ਚੱਲਦੀ, ਮਨ ਦੇ ਕਹਿਣ ਤੇ ਚੱਲਦੀ ਹੈ। ਇਹ ਹੱਥ ਪੈਰ ਆਪਣੇ ਆਪ ਨਹੀਂ ਕੋਈ ਅੱਗੇ ਵੱਧਦੇ, ਮਨ ਦੇ ਕਹਿਣ ਤੇ ਚੱਲਦੇ ਨੇ। ਇਹ ਪੂਰੀ ਬਾਡੀ, ਪੂਰਾ ਸਰੀਰ ਜੇ ਹਰਕਤ ਕਰਦਾ ਹੈ ਤੇ ਮਨ ਕਰਕੇ ਕਰਦਾ ਹੈ। ਤੇ ਮਨ ਸ਼ੈਤਾਨ ਦੇ ਵਸ ਆ ਗਿਆ, ਤੇ ਜੇ ਅੰਦਰ ਮਨ ਸ਼ੈਤਾਨ ਦੇ ਵਸ ਹੋਇਆ ਤੇ ਅੱਖਾਂ ਚੰਗਾ ਵੇਖਣਗੀਆਂ। ਜੇ ਮਨ ਨੂੰ ਸ਼ੈਤਾਨ ਨੇ ਪਕੜਿਆ ਹੋਇਆ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ, ਤੇ ਇਹਨਾਂ ਕੰਨਾਂ ਵਿੱਚ ਚੰਗੇ ਬੋਲ ਪੈਣਗੇ। ਜਿਹਦਾ ਮਨ ਸ਼ੈਤਾਨ ਨੇ ਪਕੜਿਆ ਹੋਵੇ, ਮਨ ਹੀ ਸ਼ੈਤਾਨ ਬਣ ਜਾਏ ਸੰਗਤ ਕਰਕੇ ਸ਼ੈਤਾਨਾਂ ਦੀ। ਜਿਹਦਾ ਮਨ ਸ਼ੈਤਾਨ ਹੋਏਗਾ, ਸ਼ਰਾਰਤੀ ਹੋਏਗਾ, ਉਹਦੀ ਜ਼ੁਬਾਨ ਤੋਂ ਕਦੇ ਚੰਗੇ ਬੋਲ ਨਿਕਲਣਗੇ। ਜਿਹਦਾ ਮਨ ਸ਼ਰਾਰਤੀ ਹੋ ਜਾਏ, ਸ਼ੈਤਾਨ ਦਾ ਮਤਲਬ ਜਿਹੜਾ ਸ਼ਰਾਰਤਾਂ ਕਰਦਾ ਰਹਿੰਦਾ ਹੈ, ਪੁੱਠੀਆਂ ਸਿੱਧੀਆਂ ਭੈੜੀਆਂ ਮਾੜੀਆਂ ਸ਼ਰਾਰਤਾਂ ਕਰਦਾ ਹੈ, ਹਰਕਤਾਂ। ਤੇ ਜਿਹੜਾ ਮਨ ਸ਼ੈਤਾਨ ਹੋਏਗਾ, ਕਦੀ ਉਹ ਇਹਨਾਂ ਹੱਥਾਂ ਨਾਲ ਨੇਕ ਕੰਮ ਕਰੇਗਾ। ਜਿਹਦਾ ਮਨ ਸ਼ੈਤਾਨ ਹੋਏਗਾ, ਕਦੀ ਇਹ ਪੈਰ ਚੱਲ ਕੇ ਸਤਸੰਗ ਦੇ ਵਿੱਚ ਆਉਣਗੇ। ਕਿਉਂਕਿ ਸ਼ੈਤਾਨ ਦਾ ਘਰ ਤੇ ਹੋਰ ਹੈ, ਇਹ ਤੇ ਰੱਬੀ ਪਿਆਰ ਵਾਲੀਆਂ ਰੂਹਾਂ ਦਾ ਘਰ ਹੈ, ਜਿੱਥੇ ਪਿਆਰ ਵਾਲੇ ਦੇਵੀ ਗੁਣ ਵਾਲੇ ਬੈਠਦੇ ਨੇ। ਇਹ ਸ਼ੈਤਾਨ ਨਹੀਂ ਇੱਥੇ ਬਹਿ ਸਕਦਾ। ਜੇ ਉਹਨੂੰ ਕਿਸੇ ਨੂੰ ਤੁਸੀਂ ਬਾਹੋਂ ਪਕੜ ਕੇ ਲੈ ਆਓਗੇ, ਉਹ ਟਿਕੇਗਾ ਹੀ ਨਹੀਂ, ਉਹ ਹਰਕਤਾਂ ਕਰਦਾ ਰਹੇਗਾ, ਉਹ ਸ਼ਰਾਰਤਾਂ ਕਰਦਾ ਰਹੇਗਾ। ਤੇ ਤੁਸੀਂ ਹੱਥ ਜੋੜ ਕੇ ਕਹੋਗੇ ਵੀ ਤੂੰ ਬਾਹਰ ਹੀ ਹੋ ਜਾ ਭਰਾਵਾ, ਨਾ ਆਪ ਟਿਕਦਾ ਨਾ ਕਿਸੇ ਨੂੰ ਟਿਕਣ ਦਿੰਦਾ, ਨਾ ਤੂੰ ਆਪ ਰਸ ਲੈਣਾ ਨਾ ਕਿਸੇ ਨੂੰ ਲੈਣ ਦਿੰਦਾ। ਇਹ ਤੇਰੀਆਂ ਸ਼ਰਾਰਤਾਂ ਤੋਂ ਮੈਂ ਤੰਗ ਆ ਗਿਆ, ਤੂੰ ਪਰੇ ਹੀ ਹੋ ਜਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਕ ਗੱਲ ਤਾਂ ਸਮਝ ਵਿੱਚ ਆ ਗਈ ਕਿ ਜੋ ਸ਼ੈਤਾਨ ਵੰਝਾਇਆ, ਜਿਹਨੂੰ ਸ਼ੈਤਾਨ ਨੇ ਵਿਗਾੜ ਦਿੱਤਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਜਿਹਦੇ ਮਨ ਤੇ ਬੁਰਾ ਅਸਰ ਪਾ ਦਿੱਤਾ, ਸੇ ਕਿਤ ਫੇਰੈ ਚਿੱਤ। ਉਹ ਆਪਣਾ ਚਿੱਤ ਕਿਵੇਂ ਫੇਰਨਗੇ? ਭਾਵ ਮੇਰੀ ਦਿੱਤੀ ਹੋਈ ਮੱਤ ਨੂੰ ਕਿਵੇਂ ਕਬੂਲ ਕਰਨਗੇ? ਉਹ ਗੁਰੂ ਦੀ ਮੱਤ ਨੂੰ ਕਿਵੇਂ ਧਾਰਨ ਕਰਨਗੇ? ਉਹ ਚੰਗਾ ਨੇਕ ਕੰਮ ਕਿਵੇਂ ਕਰਨਗੇ? ਨਹੀਂ ਕਰ ਸਕਦੇ। ਹੁਣ ਇਹਨਾਂ ਨੂੰ ਸਮਝਾਉਣਾ ਔਖਾ ਹੈ। ਫਿਰ ਕਿਵੇਂ ਸਮਝਣਗੇ? ਜਦੋਂ ਰੱਬੀ ਮਾਰ ਪਏਗੀ। ਹੁਣ ਰੱਬ ਦੀ ਮਾਰ ਪਏਗੀ ਤਾਂ ਹੀ ਇਹ ਸਮਝ ਸਕਦੇ ਨੇ, ਠੋਕਰ ਤੋਂ ਬਿਨਾਂ ਸਮਝ ਨਹੀਂ ਆਉਣੀ। ਹੁਣ ਜਿੱਦਣ ਠੋਕਰ ਲੱਗਣੀ ਹੈ ਉਦਣ ਹੀ ਸਮਝ ਆਉਣੀ ਹੈ।
ਇੱਕ ਉਰਦੂ ਦੇ ਸ਼ਾਇਰ ਨੇ ਬੜੇ ਕਮਾਲ ਦੇ ਬੋਲ ਲਿਖੇ ਨੇ। ਕਹਿਣ ਲੱਗਾ, ਕਿਆ ਕਹੇ ਆਲਮ ਮੇਂ, ਮੈਂ ਕੀ ਕਹਾਂ ਇਸ ਆਲਮ ਵਿੱਚ ਆਪਣੇ ਬਾਰੇ। ਮੈਨੂੰ ਤਾਂ ਉਸ ਰੱਬ ਨੇ ਇਨਸਾਨੀ ਚੋਲਾ ਪਹਿਨਾ ਕੇ ਭੇਜਿਆ ਸੀ, ਪਰ ਵਿੱਚੋਂ ਨਿਕਲਿਆ ਸ਼ੈਤਾਨ। ਹੈ ਤੇ ਇਨਸਾਨੀ ਚੋਲਾ ਹੈ ਨਾ, ਇਨਸਾਨ ਤੇ ਭਰੋਸਾ ਕੀਤਾ ਜਾ ਸਕਦਾ ਹੈ, ਪਰ ਇਨਸਾਨ ਦੇ ਵਿੱਚੋਂ ਨਿਕਲਿਆ ਸ਼ੈਤਾਨ। ਇਹਦੀਆਂ ਕਰਤੂਤਾਂ ਸ਼ੈਤਾਨ ਵਾਲੀਆਂ, ਇਹਦੀਆਂ ਹਰਕਤਾਂ ਸ਼ੈਤਾਨ ਵਾਲੀਆਂ। ਤੇ ਸ਼ੈਤਾਨ ਦਾ ਮਤਲਬ ਹੁੰਦਾ ਜਿਹੜਾ ਨਾ ਆਪਣਾ ਸਵਾਰ ਸਕੇ ਨਾ ਕਿਸੇ ਦੂਜੇ ਦਾ ਸਵਾਰ ਸਕੇ। ਕਿਆ ਕਹੇ ਆਲਮ में ਹਮ ਇਨਸਾਨ ਜਾਂ ਹੈਵਾਨ ਥੇ। ਕਹਿੰਦੇ ਕੀ ਆਲਮ ਦੇ ਵਿੱਚ ਮੈਂ ਹੁਣ ਆਖਾਂ ਵੀ ਮੈਂ ਇਨਸਾਨ ਸੀ ਕਿ ਹੈਵਾਨ ਸੀ। ਖਾਕ ਥੇ ਕਿਆ ਥੇ, क्या कहें आलम में हम इंसान या हैवान थे। कहने लगे खाक थे क्या थे, गर्ज के एक आम मेहमान थे। बस कहते मतलब ये है कि एक मेहमान की तरह मैं दुनिया च आया सी। ते मेहमान का मतलब तुसीं समझदे हो, मेहमान किहनूं कहंदे आ, जिहड़ा कुछ समय लई आवे घर विच, जिहड़ा सदा लई आके घर च डेरा ला लए उहनूं मेहमान नहीं कहंदे। ਮਹਿਮਾਨ ਦਾ ਮਤਲਬ ਕਿ ਘਰ 'ਚ ਪਰੌਣੇ ਆਏ, ਮਹਿਮਾਨ ਆਏ, ਇਹਦਾ ਮਤਲਬ ਕੁਝ ਸਮੇਂ ਲਈ ਆਏ ਨੇ, ਕੁਝ ਸਮੇਂ ਗੱਲਾਂ ਬਾਤਾਂ ਕਰਾਂਗੇ, ਇਹਨਾਂ ਨੇ ਮੁੜ ਕੇ ਫਿਰ ਵਾਪਸ ਚਲੇ ਜਾਣਾ। ਤੇ ਉਹਨੂੰ ਤੁਸੀਂ ਹੱਥ ਜੋੜ ਕੇ ਕਹੋਗੇ ਵੀ 2-4 ਦਿਨ ਸਾਡੇ ਘਰ ਰਹਿ ਜਾਓ, ਕਹਿੰਦੇ ਨਹੀਂ ਅਸੀਂ ਤੇ ਜਾਣਾ ਹੈ ਵਾਪਸ, ਕਿਉਂਕਿ ਉਹਨਾਂ ਨੂੰ ਪਤਾ ਹੈ ਮਹਿਮਾਨ ਆਏ ਆ, 4 ਦਿਨ ਬਾਅਦ 2 ਘੜੀਆਂ ਬਾਅਦ ਜਾਣਾ ਹੈ ਵਾਪਸ। ਕਹਿੰਦੇ ਅਸੀਂ ਵੀ ਇਸ ਦੁਨੀਆ ਵਿੱਚ ਮਹਿਮਾਨ ਆ ਸਾਰੇ, ਪਰ ਮਹਿਮਾਨ ਅਸੀਂ ਭੁੱਲ ਗਏ ਵੀ ਅਸੀਂ ਮਹਿਮਾਨ ਆ। ਅਸੀਂ ਤੇ ਆਪਣੇ ਆਪਣੇ ਕਬਜ਼ੇ ਕਰ ਲਏ, ਅਸੀਂ ਤੇ ਆਪਣੇ ਆਪਣੇ ਪੱਕੇ ਥਾਂ ਟਿਕਾਣੇ ਬਣਾ ਲਏ ਵੀ ਜਿਵੇਂ ਦੁਨੀਆ ਤੋਂ ਜਾਣਾ ਹੀ ਨਹੀਂ ਮੁੜ ਕੇ। ਹੁਣ ਉਹ ਕਹਿੰਦਾ ਵੀ ਮੈਂ ਦੁਨੀਆ ਦੇ ਵਿੱਚ ਕੀ ਦੱਸਾਂ, ਮੈਂ ਦੁਨੀਆ ਨੂੰ ਕਿਆ ਕਹੇ ਆਲਮ में हम इंसान या हैवान थे। खाक थे क्या थे, गर्ज के एक आम मेहमान थे। कर गए थे, कहने लगे कर गए थे आप कब्जा गैर की अमालक पर। दुनिया दे विच गैरां दे उत्ते असीं अपना ही कब्जा करते रहे सारी उम्र। बस पर ਦਾ ਅਰਥ ਹੁੰਦਾ ਪਰਾਇਆ ਰੂਪ, ਪਰਾਇਆ ਧਨ, ਪਰਾਈ ਮਲਕੀਅਤ, ਬਸ ਸਭ ਕੁਝ ਪਰਾਇਆ ਜੋ ਸੀ ਉਹਦੇ ਤੇ ਹੀ ਆਪਣਾ ਹੱਕ ਜਮਾਉਂਦੇ ਰਹੇ, ਉਹਦੇ ਤੇ ਹੀ ਮੋਹਰ ਲਾਉਂਦੇ ਰਹੇ, ਮੇਰਾ 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 ਮੇਰਾ। ਸਾਰੀ ਉਮਰ ਬਸ ਮੈਂ ਕਰਦਿਆਂ ਲੰਘ ਗਈ। ਹੁਣ ਜੋ ਜੋ ਕਬਜ਼ਾ ਕੀਤਾ ਸੀ ਨਾ ਦੁਨੀਆ ਦੇ ਵਿੱਚ, ਕਹਿੰਦੇ ਛੀਨਾ ਜਬ ਜਬ ਉਸਨੇ। ਉਰਦੂ ਦਾ ਸ਼ਾਇਰ ਕਹਿੰਦਾ, ਕਹਿੰਦੇ ਮੈਂ ਤਾਂ ਆਪਣੇ ਆਕੜ ਤੇ ਹੰਕਾਰ ਦੇ ਵਿੱਚ ਆਪਣੀ ਮੋਹਰ ਲਾਉਂਦਾ ਗਿਆ ਤੇ ਜਿੱਦਣ ਰੱਬ ਦੀ ਮਾਰ ਪਈ ਨਾ, ਕਹਿੰਦੇ ਆਪਣੇ ਹੰਕਾਰ ਵਿੱਚ ਤਾਂ ਮੈਂ ਬੜਾ ਕੁਝ ਇਕੱਠਾ ਕੀਤਾ, ਪਰ ਛੀਨਾ ਜਬ ਜਬ ਉਸਨੇ ਤਬ ਸਮਝਾ ਹਮ ਤੋਂ ਨਾਦਾਨ ਥੇ। ਕਹਿੰਦੇ ਜਦੋਂ ਉਹਨੇ ਮੇਰੇ ਕੋਲੋਂ ਛੀਨਣਾ ਖੋਣਾ ਸ਼ੁਰੂ ਕੀਤਾ ਨਾ, ਰੱਬ ਨੇ ਲੈਣਾ ਸ਼ੁਰੂ ਕੀਤਾ ਵਾਪਸ। ਆ ਸੁੰਦਰ ਦੇਹੀ ਦਿੱਤੀ ਸੀ ਨਾ, ਜੈ ਪ੍ਰਸਾਦ ਕੰਚਨ ਸੁੰਦਰ, ਆ ਕੰਚਨ ਵਰਗੀ ਸੋਹਣੀ ਦੇਹੀ ਦਿੱਤੀ ਸੀ। ਕਹਿਣ ਲੱਗੇ ਹੋਇਆ ਕਿ ਕਹਿੰਦੇ ਇਹਦੇ ਵਿੱਚ ਤੂੰ ਹੰਕਾਰ ਪਾਲ ਕੇ ਬੈਠ ਗਿਆ, ਔਰ ਇਸ ਹੰਕਾਰ ਕਰਕੇ ਤੂੰ ਨਿਰੰਕਾਰ ਨੂੰ ਭੁੱਲ ਗਿਆ, ਤੇ ਜੋ ਉਹਨੇ ਦਿੱਤਾ ਸੀ ਹੁਣ ਉਹਨੇ ਵਾਪਸ ਲੈਣਾ ਸ਼ੁਰੂ ਕਰਤਾ। ਜਦੋਂ ਉਹਨੇ ਵਾਪਸ ਲੈਣਾ ਸ਼ੁਰੂ ਕੀਤਾ ਤਬ ਸਮਝਾ, ਹੁਣ ਸਮਝ ਵਿੱਚ ਆਈ ਹਮ ਨਾਦਾਨ ਥੇ, ਮੈਂ ਤੇ ਨਾਦਾਨ ਹੀ ਬਣਿਆ ਰਿਹਾ। ਇਹ ਭੁਲੇਖਾ ਹੀ ਪੈ ਗਿਆ ਵੀ ਇਹ ਮੇਰਾ ਹੈ ਮੇਰਾ ਹੈ ਮੇਰਾ ਹੈ, ਪਰ ਹੁਣ ਜਾ ਕੇ ਪਤਾ ਲੱਗਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ। ਹੁਣ ਜਾ ਕੇ ਪਤਾ ਲੱਗਾ ਨਾਂਗੇ ਆਵਨ ਨਾਂਗੇ ਜਾਣਾ। ਹੁਣ ਆ ਕੇ ਸਮਝ ਲੱਗੀ ਕਿ ਜੋ ਉਪਜਿਓ ਸੋ ਬਿਨਸ ਹੈ ਪਰੋਂ ਅੱਜ ਕੇ ਕਾਲ। ਪਰ ਮੈਂ ਤੇ ਸਾਰੀ ਉਮਰ ਨਾਦਾਨ ਹੀ ਬਣਿਆ ਰਿਹਾ, ਮੈਨੂੰ ਸਮਝ ਹੀ ਨਹੀਂ ਆਈ ਕਿ ਇਹ ਇਨਸਾਨੀ ਚੋਲਾ ਕਿਉਂ ਦਿੱਤਾ ਹੈ। ਪਰ ਮੈਨੂੰ ਸ਼ੈਤਾਨ ਨੇ, ਮਨ ਨੂੰ, ਮਨੁੱਖ ਨੂੰ ਸ਼ੈਤਾਨ ਨੇ ਪਕੜ ਲਿਆ। ਉਹ ਸ਼ੈਤਾਨ ਨੇ ਫਿਰ ਆਪਣੀਆਂ ਹਰਕਤਾਂ ਇਹਦੇ ਕੋਲੋਂ ਕਰਵਾਈਆਂ, ਆਪਣੇ ਢੰਗ ਨਾਲ ਕਰਮ ਇਹਦੇ ਕੋਲੋਂ ਕਰਵਾਏ। ਹੁਣ ਇਨਸਾਨ ਘੱਟ ਤੇ ਹੈਵਾਨ ਜ਼ਿਆਦਾ ਨਜ਼ਰ ਆਉਂਦਾ ਹੈ। ਬੜੀ ਵਾਰ ਆਪ ਜੀ ਨਾਲ ਜ਼ਿਕਰ ਕੀਤਾ ਹੈ ਕਿ ਹਰ ਸਾਲ ਇਹਨਾਂ ਨੂੰ ਕੂਕ ਕੇ ਸਮਝਾਉਣਾ ਪਿਆ।
ਇਹਨਾਂ ਦੇ ਮਨ ਨੂੰ, ਇਹਨਾਂ ਦੀ ਮਤ ਨੂੰ ਸਮਝਾਉਣਾ ਪਿਆ ਕਿ ਇਹ ਸ਼ੈਤਾਨ ਦਾ ਜਿਹੜਾ ਪੱਲਾ ਤੁਸੀਂ ਪਕੜਿਆ ਇਹਨੂੰ ਛੱਡ ਦਿਓ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਪਾ ਲਓ, ਤੁਹਾਡਾ ਭਲਾ ਹੋ ਜਾਏਗਾ। ਜੇ ਤੁਸੀਂ ਇਹਨਾਂ ਦਾ ਪੱਲਾ ਨਾ ਛੱਡਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਫਿਰ ਤੁਹਾਡਾ ਜੀਵਨ ਇਹ ਸਫਲ ਨਹੀਂ ਹੋਣਾ। ਇਸ ਲਈ ਮੈਂ ਕੂਕ ਕੇ ਕਹਿਣਾ, ਚਲੋ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਹੁਣ ਕੋਸ਼ਿਸ਼ ਕੀਤੀ ਵੀ ਇਹਨਾਂ ਸ਼ੈਤਾਨਾਂ ਤੋਂ ਮੇਰਾ ਪੱਲਾ ਛੁੱਟ ਜਾਏ। ਪਰ ਹੁਣ ਹੋਇਆ ਕਿ ਸ਼ੈਤਾਨ ਨਸ਼ਾ ਲਾਉਣਾ ਬੜਾ ਸੌਖਾ ਜੇ, ਪਰ ਨਸ਼ੇ ਨੂੰ ਛੱਡਣਾ ਬੜਾ ਔਖਾ ਹੈ। ਨਸ਼ਾ ਲਾਉਣਾ ਬੜਾ ਸੌਖਾ ਹੈ, ਪਰ ਨਸ਼ੇ ਨੂੰ ਛੱਡਣਾ ਬੜਾ ਔਖਾ ਹੈ। ਇਨਸਾਨ ਭਜਦਾ ਹੈ ਕਿ ਮੇਰਾ ਸਭ ਕੁਝ ਤਬਾਹ ਹੋ ਗਿਆ, ਸਰੀਰ ਖੋਖਲਾ ਹੋ ਗਿਆ, ਘਰ-ਬਾਰ ਜ਼ਮੀਨ ਸਭ ਕੁਝ ਵਿਕ ਗਿਆ, ਹੁਣ ਤਾਂ ਮੈਂ ਇਹਦੇ ਤੋਂ ਛੁਟਕਾਰਾ ਪਾ ਲਾਂ, ਪਰ ਹੁਣ ਨਸ਼ਾ ਨਹੀਂ ਉਹਨੂੰ ਛੱਡਦਾ। ਐਸਾ ਨਸ਼ਾ ਲਾ ਕੇ ਬਹਿ ਗਿਆ, ਹੁਣ ਇਹ ਭਜਦਾ ਹੈ, ਪਰ ਉਹ ਨਸ਼ਾ ਫਿਰ ਇਹਨੂੰ ਖਿੱਚ ਲੈਂਦਾ ਹੈ ਆਪਣੇ ਵੱਲ। ਬੜਾ ਔਖਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਪੈਣਾ ਸੌਖਾ, ਪਰ ਇਹਦੇ ਤੋਂ ਛੁਟਕਾਰਾ ਪਾਉਣਾ ਬੜਾ ਔਖਾ ਹੈ। ਕਈ ਆਪਣੇ ਅੰਦਰ ਝਾਤ ਮਾਰ ਕੇ ਤੇ ਰੋਂਦੇ ਨੇ ਕਿ ਸਾਡੇ ਕੋਲੋਂ ਇਸ ਕਾਮ ਨੇ ਕੀ ਕੁਝ ਕਰਵਾਇਆ, ਇਸ ਕ੍ਰੋਧ ਨੇ ਹੁਣ ਤੱਕ ਕੀ ਕੁਝ ਸਾਡੇ ਤੋਂ ਕਰਵਾਇਆ, ਇਸ ਲੋਭ ਨੇ ਹੰਕਾਰ ਨੇ ਕੀ ਕੁਝ ਕਰਵਾਇਆ। ਵਾਹਿਗੁਰੂ ਜੀ ਇਹਦੇ ਤੋਂ ਛੁਟਕਾਰਾ ਮਿਲ ਜਾਏ, ਕਿਉਂਕਿ ਅਸੀਂ ਜਿੰਨਾ ਇਹਦੇ ਤੋਂ ਭੱਜਦੇ ਹਾਂ ਉਨਾ ਹੀ ਇਹ ਸਾਨੂੰ ਖਿੱਚ ਲੈਂਦਾ ਹੈ। ਫਿਰ ਅਖੀਰ ਤੇ ਇੱਕ ਅਰਦਾਸ ਹੀ ਰਹਿ ਜਾਂਦੀ ਹੈ। ਅਰਦਾਸ ਜਿਹੜੀ ਹੈ ਨਾ, ਇਹ ਸਾਡਾ ਜੀਵਨ ਦਾ ਇੱਕ ਅੰਗ ਹੈ, ਇਹਦੇ ਤੋਂ ਬਿਨਾਂ ਅਸੀਂ ਚੱਲ ਨਹੀਂ ਸਕਦੇ। ਸਾਡੇ ਜੀਵਨ ਵਿੱਚ ਅਰਦਾਸ, ਬੇਨਤੀ, ਅਰਜ਼ੋਈ, ਜੋਦੜੀ ਇਹ ਹੋਣੀ ਬੜੀ ਜ਼ਰੂਰੀ ਹੈ। ਅਖੀਰ ਫਿਰ ਅਰਦਾਸ ਹੀ ਸਾਨੂੰ ਛੁਡਾਏਗੀ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾ। ਤੁਸੀਂ ਆਪ ਹੀ ਕਿਰਪਾ ਕਰਕੇ ਛਡਾ ਲਓ, ਕਿਉਂਕਿ ਜੇ ਮੈਂ ਪਿੱਛਾ ਛਡਾਉਣਾ ਤੇ ਪਿੱਛਾ ਛਡਾਉਣਾ ਬੜਾ ਔਖਾ ਹੈ। ਤੁਸੀਂ ਹੀ ਇਹਨਾਂ ਪੰਜਾਂ ਨੂੰ ਕਾਬੂ ਵਿੱਚ ਕਰ ਸਕਦੇ ਹੋ, ਕਿਉਂਕਿ ਇਹਨਾਂ ਨੂੰ ਕਾਬੂ ਕਰੋਗੇ ਤਾਂ ਪਿੱਛਾ ਛੁੱਟਣਾ ਹੈ, ਤੇ ਜੇ ਇਹਨਾਂ ਪੰਜਾਂ ਨੂੰ ਕਾਬੂ ਨਹੀਂ ਕਰੋਗੇ ਮੇਰਾ ਪਿੱਛਾ ਨਹੀਂ ਇਹਨਾਂ ਤੋਂ ਛੁੱਟਣਾ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ, ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਹੈ ਗੁਰਦੇਵ ਜੀ ਕਿਰਪਾ ਕਰੋ, ਮੇਰਾ ਇਹਨਾਂ ਸ਼ੈਤਾਨਾਂ ਤੋਂ ਪਿੱਛਾ ਛੁੱਟ ਜਾਏ। ਹੁਣ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮੈਂ ਇੱਕ ਗੱਲ ਤਾਂ ਕੂਕ ਕੇ ਸਮਝਾਉਂਦਿਆਂ, ਮਤ ਦਿੰਦਿਆਂ ਇੱਕ ਗੱਲ ਤਾਂ ਸਮਝ ਲਈ ਕਿ ਜੋ ਸ਼ੈਤਾਨ ਵੰਝਾਇਆ, ਜਿਹਨੂੰ ਸ਼ੈਤਾਨ ਨੇ ਵਿਗਾੜ ਦਿੱਤਾ, ਸੇ ਕਿਤ ਫੇਰੈ ਚਿੱਤ। ਉਹ ਆਪਣੇ ਚਿੱਤ ਨੂੰ ਕਿਵੇਂ ਫੇਰਨ ਭਾਵ, ਸ਼ੈਤਾਨ ਵਾਲਾ ਰਸਤਾ ਛੱਡ ਕੇ ਹੈਵਾਨ ਵਾਲਾ ਉਹ ਇਨਸਾਨੀਅਤ ਦੇ ਰਾਹ ਤੇ ਕਿਵੇਂ ਤੁਰ ਸਕਦੇ ਨੇ। ਬੜਾ ਔਖਾ ਇਹਨਾਂ ਨੂੰ, ਸ਼ੈਤਾਨਾਂ ਨੂੰ ਇਨਸਾਨ ਬਣਾਉਣਾ। ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਤਾਂ ਕੂਕ ਕੇ ਮਤ ਦੇ ਕੇ ਸਮਝਾਉਂਦਿਆਂ ਥੱਕ ਗਿਆ, ਪਰ ਜਿਹੜੇ ਕਈ ਸ਼ੈਤਾਨ ਹੁੰਦੇ ਨੇ ਉਹਨਾਂ ਨੂੰ ਸਮਝਾਉਣਾ ਬੜਾ ਮੁਸ਼ਕਲ ਔਖਾ ਹੁੰਦਾ ਹੈ। ਰੀਤਾ ਥਿਓ ਪਵਾਹੀ ਦਬ, ਜੇ ਸਾਈ ਲੋੜ ਹੈ ਸਭ। ਫਿਰ ਬਾਬਾ ਫਰੀਦ ਸਾਹਿਬ ਕਹਿੰਦੇ, ਨਹੀਂ, ਜਿਹੜਾ ਮੈਨੂੰ ਰੱਬ ਨੇ ਗੁਣ ਦਿੱਤਾ, ਮੈਂ ਆਪਣਾ ਗੁਣ ਕਿਉਂ ਤਿਆਗਿਆ? ਜਿਹੜੀ ਬਖਸ਼ਿਸ਼ ਮੇਰੇ ਰੱਬ ਨੇ ਮੇਰੇ ਤੇ ਕੀਤੀ ਆ, ਮੈਂ ਉਹ ਬਖਸ਼ਿਸ਼ ਆਪਣੀ ਝੋਲੀ ਵਿੱਚੋਂ ਕਿਵੇਂ ਕੱਢ ਦਿਆਂ? ਹੁਣ ਮੇਰਾ ਫਰਜ਼ ਬਣਦਾ ਵੀ ਜਿਵੇਂ ਵੀ ਹੋਵੇ ਲੋਕਾਂ ਨੂੰ ਸਮਝਾਉਣਾ। ਗੁਰਬਾਣੀ ਕਿਹਦੇ ਵਾਸਤੇ ਹੈ? ਗੁਰਬਾਣੀ ਗੁਰੂ ਵਾਸਤੇ ਹੈ, ਭਗਤਾਂ ਵਾਸਤੇ ਹੈ? ਨਹੀਂ, ਗੁਰਬਾਣੀ ਸਾਡੇ ਤੁਹਾਡੇ ਵਾਸਤੇ ਹੈ, ਲੋਕਾਂ ਨੂੰ ਸਮਝਾਉਣ ਵਾਸਤੇ ਹੈ। ਬਾਬਾ ਫਰੀਦ ਸਾਹਿਬ ਜੀ ਕੋਲੋਂ ਫਿਰ ਨਹੀਂ ਰਹਿ ਹੋਇਆ। ਥੋੜੀ ਜਿਹੀ ਲੜੀ ਬਣਾ ਕੇ ਵੇਖੀਏ। ਪਹਿਲਾਂ ਸਮਝਾਉਂਦੇ ਆਏ ਕਿ ਬੰਦਿਆ ਧਿਆਨ ਰੱਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਸਮਝਾਇਆ। ਸਮਝਾਉਂਦੇ ਆਉਂਦੇ ਕਹਿੰਦੇ ਨੇ, ਮੈਂ ਮਤ ਦੇ ਕੇ ਕੂਕ ਕੇ ਥੱਕ ਗਿਆ, ਪਰ ਜਿਨ੍ਹਾਂ ਨੂੰ ਸ਼ੈਤਾਨ ਨੇ ਵਿਗਾੜਿਆ ਹੋਇਆ ਇਹਨਾਂ ਨੂੰ ਸਮਝਾਉਣਾ ਬੜਾ ਔਖਾ ਹੈ। ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਫਿਰ ਉਹੀ ਸਮਝਾਉਣਾ ਸ਼ੁਰੂ ਕਰਤਾ। ਕਿਉਂ? ਕਹਿਣ ਲੱਗੇ ਵੀ ਜਿਹੜਾ ਮੇਰੇ ਮਾਲਕ ਨੇ ਮੈਨੂੰ ਡਿਊਟੀ ਲਾਈ ਹੈ ਨਾ, ਉਹ ਮੈਂ ਇਮਾਨਦਾਰੀ ਨਾਲ ਨਿਭਾਉਣੀ ਹੈ। ਮੇਰਾ ਫਰਜ਼ ਹੈ ਕਿ ਲੋਕਾਂ ਨੂੰ ਜਿਹੜਾ ਉਹ ਸਮਝਾਉਣਾ।
ਫਿਰ ਦੁਨੀਆ ਨੂੰ ਸਮਝਾਉਂਦੇ ਨੇ, ਕਹਿਣ ਲੱਗੇ ਫਰੀਦਾ, ਬਾਬਾ ਫਰੀਦ ਸਾਹਿਬ ਕਹਿਣ ਲੱਗੇ ਥਿਓ ਪਵਾਹੀ ਦੱਬ, ਕਹਿੰਦੇ ਦੱਬ ਕਹਿੰਦੇ ਨੇ ਉਹ ਘਾਹ, ਕਹਿੰਦੇ ਨੇ ਤੂੰ ਰਾਹ ਦਾ ਘਾਹ ਜਿਹੜਾ ਹੈ ਉਹ ਬਣ ਜਾ। ਘਾਹ ਦਾ ਮਤਲਬ ਜਿੰਨਾ ਚਿਰ ਤੇ ਇਹ ਜ਼ਮੀਨ ਨਾਲ ਜੁੜਿਆ ਸੀ ਬੜਾ ਕੂਲਾ ਸੀ, ਪਰ ਜਦੋਂ ਇਹ ਜ਼ਮੀਨ ਨਾਲੋਂ ਇਹਦੀ ਸਾਂਝ ਟੁੱਟ ਗਈ ਤੇ ਸੁੱਕ ਕੇ ਕੀ ਹੋਇਆ, ਕਹਿੰਦੇ ਸਖਤ ਹੋ ਗਿਆ, ਹੁਣ ਆਕੜ ਗਿਆ। ਹੁਣ ਇਹਨੂੰ ਦੁਬਾਰਾ ਇਹਦੇ ਵਿੱਚ ਜਿਹੜਾ ਉਹ ਕਹਿਣ ਲੱਗੇ ਨਿਮਰਤਾ ਲਿਆਉਣ ਵਾਸਤੇ ਇਹਨੂੰ ਲਿਤਾੜਨਾ ਪੈਣਾ ਚੰਗੀ ਤਰ੍ਹਾਂ। ਇਸੇ ਤਰ੍ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਤਾਂ ਉਸ ਰੱਬੀ ਜੋਤ ਵਿੱਚੋਂ ਨਿਕਲਿਆ ਸੀ, ਜਿੰਨਾ ਚਿਰ ਰੱਬੀ ਜੋਤ ਨਾਲ ਜੁੜਿਆ ਸੀ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇਹਦੇ ਤੇ ਅਸਰ ਨਹੀਂ ਸੀ। ਜਦੋਂ ਹੀ ਰੱਬੀ ਜੋਤ ਤੋਂ ਵਿਛੜਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਹੀ ਸੰਸਾਰ ਨੇ ਆਪਣਾ ਜ਼ੋਰ ਇਹਦੇ ਤੇ ਪਾ ਦਿੱਤਾ, ਜਦੋਂ ਹੀ ਇਹ ਸ਼ੈਤਾਨ ਦੇ ਵਸ ਹੋ ਗਿਆ, ਇਹ ਮਨ ਆਕੜ ਗਿਆ, ਇੰਨਾ ਹੰਕਾਰੀ ਹੋ ਗਿਆ ਮਨ ਕੀ ਇਹ ਝੁਕਣ ਵਾਸਤੇ ਤਿਆਰ ਨਹੀਂ। ਹੁਣ ਇਹਨੂੰ ਸਮਝਾਇਆ ਕਿ ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਤੇਰੇ ਅੰਦਰ ਝੁਕਣਾ ਬੜਾ ਜ਼ਰੂਰੀ ਹੈ, ਤੇਰੇ ਅੰਦਰ ਨਿਮਰਤਾ ਦਾ ਹੋਣਾ ਬੜਾ ਜ਼ਰੂਰੀ ਹੈ। ਤੈਨੂੰ ਅੰਦਰੋਂ ਆਪਣੇ ਇਹ ਜਿਹੜੇ ਆਸਾ ਮਨਸਾ ਸਗਲ ਤਿਆਗੈ ਵਾਲੀ ਅਵਸਥਾ ਬਣਾਉਣੀ ਲਈ ਪਏਗੀ, ਉਹਦੇ ਲਈ ਤੈਨੂੰ ਮੁਰਦਾ ਹੋਣਾ ਪਏਗਾ। ਜਿਹੜਾ ਗੁਰਬਾਣੀ ਵਿੱਚ ਆਖਿਆ ਗਿਆ ਨਾ ਵੀ ਤੂੰ ਮੁਰਦਾ ਹੋ, ਉਹ ਮੁਰਦਾ ਸਰੀਰ ਕਰਕੇ ਨਹੀਂ ਆਖਿਆ, ਮਨ ਕਰਕੇ ਆਖਿਆ ਕਿ ਅਸੀਂ ਆਪਣੇ ਮਨ ਨੂੰ ਮੁਰਦਾ ਬਣਾਉਣਾ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਮੁਰੀਦ ਨਹੀਂ ਬਣਿਆ ਜਾਣਾ, ਪਹਿਲਾਂ ਕਮਾਈ ਕਰ, ਆਪਣੇ ਅੰਦਰ ਮਨ ਨੂੰ ਮੁਰਦਾ ਕਰ। ਮਨ ਵਿੱਚ ਹੰਕਾਰ ਦੇ ਕਣ ਨਾ ਹੋਣ, ਮਨ ਵਿੱਚ ਕੋਈ ਵਾਸ਼ਨਾਵਾਂ ਨਾ ਹੋਵੇ, ਮਨ ਵਿੱਚ ਕੋਈ ਵੀ ਬੁਰੇ ਮਾੜੇ ਭੈੜੇ ਖਿਆਲ ਤੇਰੇ ਅੰਦਰ ਨਾ ਹੋਣ, ਤਾਂ ਉਸ ਦਿਨ ਤੂੰ ਮੁਰਦਾ ਹੋ ਕੇ ਮੁਰੀਦ ਹੋ ਸਕਦਾ ਹੈ। ਇਸ ਲਈ ਗੁਰੂ ਸਾਹਿਬ ਨੇ ਵੀ ਕਿਹਾ ਸੀ ਕਿ ਜੇ ਤੂੰ ਆਇਆ ਇਨਸਾਨ ਬਣਨ ਲਈ ਆਇਆ ਤਾਂ ਫਿਰ ਪਹਿਲਾ ਮਰਨ ਕਬੂਲ ਜੀਵਨ ਕੀ, ਛੱਡ ਆਸ ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਜੇ ਤੂੰ ਕਹਿੰਦੇ ਇਨਸਾਨ ਬਣਨ ਆਇਆ, ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਪਹਿਲਾਂ ਅਸੀਂ ਸ਼ੈਤਾਨ ਚੋਂ ਨਿਕਲਾਂਗੇ, ਇਨਸਾਨ ਵਾਲੇ ਪਾਸੇ ਆਵਾਂਗੇ, ਇਨਸਾਨ ਵਾਲੇ ਗੁਣ ਲਵਾਂਗੇ ਤਾਂ ਸਾਡੇ ਅੰਦਰ ਦੈਵੀ ਗੁਣ ਆਉਣਗੇ। ਜਦੋਂ ਦੈਵੀ ਗੁਣ ਆਉਣਗੇ ਫਿਰ ਜਾ ਕੇ ਨਿਰੰਕਾਰ ਵਿੱਚ ਆਪਾਂ ਸਮਾਵਾਂਗੇ। ਇਹ ਸਾਰੀ ਖੇਡ ਮਨ ਦੇ ਰਾਹੀਂ ਹੋਣੀ ਹੈ। ਮਨ ਨੇ ਸ਼ੈਤਾਨ ਵਾਲੇ ਅਵਗਣ ਤਿਆਗਣੇ ਨੇ ਤੇ ਦੈਵੀ ਗੁਣ ਹਾਸਲ ਕਰਨੇ ਨੇ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਜੇ ਤੂੰ ਸਾਰੇ ਪਾਸੇ ਰੱਬ ਨੂੰ ਵੇਖਣਾ ਚਾਹੁੰਦਾ ਹੈ ਨਾ, ਜਿੱਧਰ ਵੀ ਤੂੰ ਨਜ਼ਰ ਘੁਮਾਵੇਂ ਭਗਤਾਂ ਦੇ ਵਾਂਗ, ਜੇ ਤੂੰ ਇਸ ਤਰ੍ਹਾਂ ਸਮਝਣਾ ਚਾਹੁੰਦਾ ਹੈ ਕਿ ਜੈ ਜੈ ਵੇਖੋ ਤੈ ਹਜੂਰ ਦੂਰ ਕਤੋ ਨਾ ਜਾਈ, ਜੇ ਤੂੰ ਹਰ ਪਾਸੇ ਰੱਬ ਨੂੰ ਵੇਖਣਾ ਚਾਹੁੰਦਾ ਹੈ ਤਾਂ ਆਪਣੇ ਆਪ ਨੂੰ ਉਸ ਦੱਬ ਜਿਹੜਾ ਘਾਹ ਹੈ ਨਾ, ਉਹ ਦੱਬ ਕਹਿੰਦੇ ਉਹਦੇ ਵਾਂਗ ਆਪਣੇ ਆਪ ਨੂੰ ਬਣਾ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕਹਿਣ ਲੱਗੇ ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ। ਇੱਕ ਪਾਸੇ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਇੱਕ ਪਾਸੇ ਕਹਿੰਦੇ ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ। ਜਿਹੜਾ ਗੁਰੂ ਹੈ ਨਾ, ਉਹਦੇ ਗੁਰੂ ਦੇ ਚਰਨਾਂ ਵਿੱਚ, ਗੋਰ ਦਾ ਅਰਥ ਚਰਨ ਕਵਾਂਗੇ,